ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾ ਹੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਮੁਖ ਨਾਮਦਾਨ ਇਸਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੈ ਦਰਗਹਿ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਨਾਮ ਦਾਨ ਇਸਨਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਗੁਰਮੁਖ ਰਤਨ ਲਹੈ ਲਿਵਲਾ। ਰਾਮ ਕਲੀ ਮਹੱਲਾ ਪਹਿਲਾ। ਸਿੱਧ ਗੋਸ਼ਟ ਸਰਲੇਖ ਹੇਠ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸਿੱਧ ਗੋਸ਼ਟ ਨਾਮੇ ਬਾਣੀ ਉਚਾਰਨ ਕੀਤੀ ਹੈ, ਜਿਸ ਦੀ ਕਥਾ ਵਿਚਾਰ ਲੜੀਵਾਰ ਇਸ ਸਥਾਨ ਦੇ ਪ੍ਰਾਰੰਭ ਹੈ। 34 ਪੌੜੀਆਂ ਦੀ ਵਿਚਾਰ ਆਪ ਸਰਵਣ ਕਰ ਚੁੱਕੇ ਹੋ। ਅੱਜ 35ਵੀਂ ਪੌੜੀ ਦੀ ਬਖਸ਼ਿਸ਼ ਹੋ ਰਹੀ ਹੈ। ਗੁਰੂ ਸਾਹਿਬ ਨੂੰ ਸਿੱਧਾਂ ਨੇ ਸਵਾਲ ਕੀਤਾ ਕਿ ਰਤਨ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਸਾਹਿਬ ਉੱਤਰ ਬਖਸ਼ਦੇ ਨੇ, ਗੁਰਮੁਖ ਰਤਨ ਲਹੈ ਲਿਵ ਲਾਏ, ਕਿ ਗੁਰਮੁਖ ਜਨ ਗੁਰਾਂ ਦੁਆਰਾ ਨਾਮ ਦੇ ਵਿੱਚ ਲਿਵ ਬਿਰਤੀ ਲਾ ਕੇ ਰਤਨ ਸਰੂਪ ਪਰਮੇਸ਼ਰ ਨੂੰ ਲਖ ਲੈਂਦੇ, ਪ੍ਰਾਪਤ ਕਰ ਲੈਂਦੇ ਹਨ। ਗੁਰਮੁਖ ਪਰਖੈ ਰਤਨ ਸੁਭਾਈ। ਗੁਰਮੁਖ ਜਨ ਸੁਭਾਵਿਕ ਹੀ ਰਤਨ ਸਰੂਪ ਪਰਮੇਸ਼ਰ ਨੂੰ ਪਰਖ ਲੈਂਦੇ, ਭਾਵ ਜਾਣ ਲੈਂਦੇ ਹਨ। ਇਸੇ ਪ੍ਰਕਾਰ ਗੁਰਮੁਖ ਪਰਖੈ ਰਤਨ ਸੁਭਾਈ। ਗੁਰਮੁਖ ਜਨ ਸੋ ਸ੍ਰੇਸ਼ਟ ਭਾਈ ਪ੍ਰੇਮ ਨਾਲ ਰਤਨ ਰੂਪ ਬ੍ਰਹਮ ਦੇ ਤਾਈ ਆਪਣਾ ਆਪ ਰੂਪ ਜਾਣ ਕੇ ਪਰਖ ਲੈਂਦੇ ਹਨ। ਗੁਰਮੁਖ ਸਾਚੀ ਕਾਰ ਕਮਾਈ। ਗੁਰਮੁਖ ਜਨ ਸੱਚੀ ਭਗਤੀ ਰੂਪ ਕਾਰ ਕਮਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਸਾਚੀ ਕਾਰ ਕਮਾਈ। ਗੁਰਮੁਖ ਆਪ ਨਾਮ ਜਪਣਾ ਅਤੇ ਹੋਰਨਾਂ ਨੂੰ ਨਾਮ ਜਪਾਉਣ ਦੀ ਸੱਚੀ ਕਾਰ ਕਮਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਸੱਚੀ ਕਾਰ ਕਮਾਈ। ਗੁਰਮੁਖ ਸਾਚੀ ਕਾਰ ਕਮਾਈ। ਗੁਰਮੁਖ ਆਪ ਲਿਵ ਲਗਾਉਣ ਦੀ ਸੱਚੀ ਕਾਰ ਅਤੇ ਹੋਰਨਾਂ ਦੀ ਹਉਮੈ ਤੋੜ ਕੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਸੱਚੀ ਕਾਰ ਸੇਵਾ ਇਹ ਪਰਉਪਕਾਰ ਵਾਲੀ ਕਮਾਉਂਦੇ ਹਨ। ਗੁਰਮੁਖ ਸਾਚੇ ਮਨ ਪਤੀਆ। ਗੁਰਮੁਖ ਸੱਚੇ ਪਰਮੇਸ਼ਰ ਵਿੱਚ ਹਰ ਵਕਤ ਮਨ ਨੂੰ ਪਤਿਆਉਂਦੇ ਹਨ, ਜਾਂ ਗੁਰਮੁਖਾਂ ਦਾ ਮਨ ਹਰ ਵਕਤ ਸੱਚੇ ਵਿੱਚ ਪਤੀਜਿਆ ਰਹਿੰਦਾ ਹੈ। ਗੁਰਮੁਖ ਅਲਖ ਲਖਾਏ ਤਿਸ ਭਾਵੈ। ਗੁਰਮੁਖ ਜਨ ਲਖਣ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਨੂੰ ਹੋਰਨਾਂ ਤਾਈਂ ਲਿਖਾ ਦਿੰਦੇ, ਜਣਾ ਦਿੰਦੇ ਹਨ। ਇਸੇ ਕਰਕੇ ਹੀ ਉਸ ਪਰਮੇਸ਼ਰ ਨੂੰ ਗੁਰਮੁਖ ਭਾਉਂਦੇ, ਚੰਗੇ ਲੱਗਦੇ ਹਨ। ਇਸੇ ਪ੍ਰਕਾਰ ਗੁਰਮੁਖ ਲਖ ਲਖਾਏ ਤਿਸ ਭਾਵੈ। ਸੋ ਗੁਰਮੁਖ ਜਨਾਂ ਦੀ ਸੰਗਤ ਕਰਕੇ ਅਲੱਖ ਸਰੂਪ ਪਰਮੇਸ਼ਰ ਨੂੰ ਲਿਖਿਆ ਜਾਂਦਾ ਹੈ, ਕਿਉਂਕਿ ਤਿਸ ਵਾਹਿਗੁਰੂ ਨੂੰ ਗੁਰਮੁਖ ਜਨ ਭਾਉਂਦੇ, ਚੰਗੇ ਲੱਗਦੇ ਹਨ। ਨਾਨਕ ਗੁਰਮੁਖ ਚੋਟ ਨਾ ਖਾਵੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਕਾਮ ਕ੍ਰੋਧ ਆਦਿਕ ਵਿਕਾਰਾਂ ਦੀਆਂ ਜਾਂ ਦੁਨੀਆ ਦੀਆਂ ਤਰਕਾਂ ਰੂਪ ਜਾਂ ਜਮਾਂ ਦੀਆਂ ਚੋਟਾਂ ਸੱਟਾਂ ਨਹੀਂ ਖਾਂਦੇ। ਗੁਰਮੁਖ ਨਾਮ ਦਾਨ ਇਸਨਾਨ। ਗੁਰਮੁਖ ਜਨ ਹਰ ਵਕਤ ਨਾਮ ਜਪਦੇ ਰਹਿੰਦੇ ਹਨ। ਪਾਤਸ਼ਾਹ ਜੀ ਨੇ
ਚੌਥੇ ਸਰੂਪ ਦੇ ਵਿੱਚ ਗੁਰਮੁਖ ਦੇ ਐਸੇ ਹੀ ਲੱਛਣ ਦੱਸੇ ਨੇ। ਸਮਝ ਲਓ ਸਤਿਗੁਰੂ ਨਾਨਕ ਦੇਵ ਜੀ ਦੀ ਉਚਾਰੀ ਇਸੇ ਹੀ ਪੰਕਤੀ ਦੀ ਗੌੜੀ ਦੀ ਪਹਿਲੀ ਵਾਰ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਵਿਆਖਿਆ ਕੀਤੀ ਹੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੇ ਮੇਰਾ ਸਤਿਗੁਰ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਆਪਾਂ ਵਿਚਾਰ ਕਰ ਰਹੇ ਹਾਂ ਗੁਰਮੁਖ ਨਾਮ ਦਾ ਇਸ਼ਨਾਨ। ਗੁਰਮੁਖ ਜਨ ਆਪ ਨਾਮ ਜਪਦੇ ਦੂਜਿਆਂ ਨੂੰ ਜਪਾਉਂਦੇ ਨੇ। ਮਹਾਰਾਜ ਫਰਮਾਉਂਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਕਹਿੰਦੇ ਉਸ ਗੁਰੂ ਦੇ ਸਿੱਖ ਦੇ ਮੈਂ ਚਰਨਾਂ ਦੀ ਧੂੜ ਮੰਗਦਾ, ਜਿਹੜੇ ਆਪ ਨਾਮ ਜਪਦੇ ਦੂਜਿਆਂ ਨੂੰ ਜਪਣ ਦੀ ਪ੍ਰੇਰਨਾ ਕਰਦੇ ਨੇ। ਮੈਂ ਤਾਂ ਇਹ ਸਮਝਦਾ ਕਿ ਕਥਾ ਦੇ ਵਿੱਚ ਜਾਂ ਪ੍ਰਚਾਰ ਦੇ ਦੁਆਰਾ ਕਿਸੇ ਨੂੰ ਉਪਦੇਸ਼ ਦੇਣ ਦੀ ਬਜਾਏ ਕਿ ਨਾਮ ਜਪੋ ਨਾਮ ਜਪੋ, ਜਿਹੜੇ ਮਹਾਂਪੁਰਖ ਕਾਰ ਸੇਵਾ ਵਾਲੇ ਜਾਂ ਟਕਸਾਲ ਦੇ ਮਹਾਂਪੁਰਖ, ਉਹਨਾਂ ਦਾ ਜੀਵਨ ਮੈਂ ਨੇੜਿਓਂ ਤੱਕਿਆ ਕਿ ਉਹ ਬੋਲ ਕੇ ਕਿਸੇ ਨੂੰ ਕਹਿਣ ਦੀ ਬਜਾਏ ਖੁਦ ਆਪ ਕਮਾਈ ਕਰਦੇ, ਆਪ ਬਾਣੀ ਪੜ੍ਹਦੇ ਰਹਿੰਦੇ। ਉਹਨਾਂ ਨੂੰ ਵੇਖ ਕੇ ਆਪਣੇ ਆਪ ਹੀ ਦੂਸਰਾ ਸ਼ਰਮ ਕਰਦਾ ਵੀ ਮੈਂ ਵਿਹਲਾ ਬੈਠਾ, ਚੁੱਪ ਕਰਕੇ ਬੈਠਾ, ਮੈਂ ਵੀ ਕੁਛ ਪੜ੍ਹਾਂ। ਜਿਸ ਬੰਦੇ ਦਾ ਆਪ ਦਾ ਜੀਵਨ ਹੋਵੇਗਾ ਉਹਨੂੰ ਬੋਲ ਕੇ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ, ਉਹਦੇ ਜੀਵਨ ਤੋਂ ਹੀ ਲੋਕ ਗਾਈਡੈਂਸ ਲੈਣਗੇ। ਤੋ ਇਸ ਵਾਸਤੇ ਪ੍ਰਚਾਰ ਦੀ ਲੋੜ ਨਹੀਂ, ਪ੍ਰਚਾਰਕਾਂ ਦੇ ਜੀਵਨ ਦੀ ਲੋੜ ਹੈ। ਮਹਾਰਾਜ ਕਹਿੰਦੇ ਆਪ ਕਮਾਓ ਅਵਰਾ ਉਪਦੇਸ਼। ਪਹਿਲਾਂ ਆਪ ਕਮਾਈ ਕਰੋ, ਫਿਰ ਦੂਜਿਆਂ ਨੂੰ ਉਪਦੇਸ਼ ਦੇਵੋ। ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਆਪ ਜਪੋ ਅਵਰਾ ਨਾਮ ਜਪਾਵੋ, ਆਪ ਵੀ ਜਪੋ ਫਿਰ ਦੂਸਰਿਆਂ ਨੂੰ ਜਪਾਓ। ਕਿਉਂਕਿ ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਹਿੰਦੇ ਹਉ ਤਿਸ ਕੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਕੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਜਿਹਦਾ ਆਪਦਾ ਜੀਵਨ ਹੈ, ਭਾਈ ਸਾਹਿਬ ਕਹਿੰਦੇ ਉਹਦੇ ਤੋਂ ਮੈਂ ਵਾਰ ਨਹੀਂ ਕੁਰਬਾਨ ਜਾਂਦਾ। ਉਹਦੇ ਵੱਲ ਵੇਖ ਕੇ ਦੂਜਾ ਵੀ ਜੀਵਨ ਬਣਾਉਂਦਾ ਹੈ। ਬਲਿਹਾਰੀ ਤਿੰਨ ਗੁਰ ਸਿੱਖਾਂ ਅੰਮ੍ਰਿਤ ਵੇਲੇ ਉੱਠ ਬਹਾਂਦੇ। ਭਾਈ ਗੁਰਦਾਸ ਸਾਹਿਬ ਜੀ ਬਲਿਹਾਰੀ ਤਿੰਨ ਗੁਰ ਸਿੱਖਾਂ
ਹੋਏ ਇੱਕ ਮਨ ਗੁਰ ਜਾਪ ਜਪੰਦੇ। ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਮੈਂ ਬਲਿਹਾਰ ਜਾਂਦਾ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਬੈਠ ਜਾਂਦੇ ਤੇ ਸਤਨਾਮ ਸ੍ਰੀ ਵਾਹਿਗੁਰੂ 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 ਦਾ ਜਾਪ ਜਪਦੇ। ਜਦੋਂ ਮਨ ਸਿਮਰਨ ਵਿੱਚ ਟਿਕ ਜਾਏ, ਕਿਉਂਕਿ ਸੁੱਤੇ ਉੱਠਦਿਆਂ ਸਾਰ ਹੀ ਜੇ ਨਹਾਉਣ ਧੋਣ ਦੀ ਕਿਰਿਆ 'ਚ ਪੈ ਜਾਓ 1 ਘੰਟਾ ਤਾਂ ਤਿਆਰ ਹੋਣ ਦੇ ਲੱਗ ਹੀ ਜਾਂਦਾ। ਜੇ ਬਹੁਤਾ ਵੀ ਕੋਈ ਛੇਤੀ ਕਰੇ ਅੱਧਾ ਘੰਟਾ ਸਮਝ ਲਓ ਖਰਾਬ ਹੀ ਹੋ ਜਾਂਦਾ। ਆਪਦੇ ਆਪ ਨੂੰ ਸਵਾਰਦਿਆਂ ਜੇ ਉੱਠਦਿਆਂ ਸਾਰ ਚੌਂਕੜਾ ਮਾਰ ਕੇ 2 4 5 10 ਮਿੰਟ ਵਾਹਿਗੁਰੂ ਵਾਹਿਗੁਰੂ ਕਰ ਲਿਆ ਜਾਏ ਤੇ ਸੁਰਤੀ ਬਿਰਤੀ ਇਕਾਗਰ ਹੋ ਜਾਂਦੀ। ਫਿਰ ਨਹਾਉਂਦਿਆਂ ਧੋਂਦਿਆਂ ਵੀ ਵਾਹਿਗੁਰੂ ਵਾਹਿਗੁਰੂ 'ਚ ਬਿਰਤੀ ਜੁੜੀ ਰਹਿੰਦੀ। ਇਸ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲਾਂ ਵਾਹਿਗੁਰੂ ਤੋਂ ਕੰਮ ਸ਼ੁਰੂ ਕੀਤਾ ਹੈ। ਬਲਿਹਾਰੀ ਤਿੰਨ ਗੁਰ ਸਿੱਖਾਂ ਅੰਮ੍ਰਿਤ ਵੇਲੇ ਉਠ ਬਹਾਂਦੇ। ਬਲਿਹਾਰੀ ਤਿੰਨ ਗੁਰ ਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਬਲਿਹਾਰੀ ਤਿੰਨ ਗੁਰ ਸਿੱਖਾਂ ਅੰਮ੍ਰਿਤ ਵੇਲੇ ਸਰ ਨਾਮ ਵੰਦੇ। ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਬਲਿਹਾਰ ਜਾਂਦੇ ਆ ਜਿਹੜੇ ਅੰਮ੍ਰਿਤ ਵੇਲੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਜਾਂ ਸਰ ਨਾਮ ਹੈ ਪਾਣੀ ਦਾ ਜਲ ਦਾ, ਭਾਵੇਂ ਉਹ ਕਿ ਰਾਤ ਦਾ ਬਾਲਟੀ ਭਰ ਕੇ ਰੱਖਿਆ ਹੋਵੇ। ਅਤੇ ਪੁਰਾਣੇ ਸਮਿਆਂ ਦੇ ਵਿੱਚ ਨਦੀਆਂ ਦੇ ਦਰਿਆਵਾਂ ਦੇ ਟੋਭਿਆਂ ਦੇ ਵਿੱਚ ਇਸ਼ਨਾਨ ਕੀਤਾ ਜਾਂਦਾ। ਕਿਸੇ ਵੀ ਤਰੀਕੇ ਨਾਲ ਜਲ ਵਰਤਣਾ, ਸਰੀਰ ਦੀ ਸਫਾਈ ਕਰਨੀ। ਕਹਿੰਦੇ ਉਹਨਾਂ ਤੋਂ ਬਲਿਹਾਰ ਜਾਂਦੇ ਜਿਹੜੇ ਅੰਮ੍ਰਿਤ ਵੇਲੇ ਹੀ ਇਸ਼ਨਾਨ ਕਰਕੇ ਬੈਠ ਜਾਂਦੇ ਨੇ। ਬਲਿਹਾਰੀ ਤਿੰਨ ਗੁਰ ਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਨ ਦੇ। ਉਹਨਾਂ ਗੁਰ ਸਿੱਖਾਂ ਤੋਂ ਅਸੀਂ ਬਲਿਹਾਰ ਜਾਂਦੇ ਆ ਜਿਹੜੇ ਸਾਧ ਸੰਗਤ ਦੇ ਵਿੱਚ ਸਾਧ ਸੰਗਤ ਚੱਲ ਜਾਂਦੇ, ਪੁੱਜ ਕੇ ਜਾਂਦੇ ਹਨ, ਉਦਮ ਕਰਕੇ ਜਾਂਦੇ ਨੇ ਅਤੇ ਜਾ ਕੇ ਨਾਮ ਜਪਦੇ ਨੇ। ਉਦਮ ਕਰ ਹਰ ਜਾਪਣਾ ਵੱਡ ਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਇਸੇ ਤਰ੍ਹਾਂ 12ਵੀਂ ਵਾਰ ਦੇ ਵਿੱਚ ਵੀ ਭਾਈ ਸਾਹਿਬ ਨੇ ਗੁਰਸਿੱਖਾਂ ਦੀ ਕਰਨੀ ਲਿਖੀ ਹੈ। ਕਹਿੰਦੇ ਬਲਿਹਾਰੀ ਤਿੰਨ ਗੁਰ ਸਿੱਖਾਂ ਜਿਨ੍ਹਾਂ ਗੁਰ ਦਰਸ਼ਨ ਡਿਠਾ। ਉਹਨਾਂ ਗੁਰਸਿੱਖਾਂ ਤੋਂ ਅਸੀਂ ਬਲਿਹਾਰ ਜਾਂਦੇ ਆ ਜਿਹੜੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਹੀ ਗੁਰੂ ਜੀ ਦੇ ਦਰਸ਼ਨ ਦੇਖਦੇ ਹਨ। ਕਿਉਂਕਿ ਦਰਸ਼ਨ ਡਿੱਠੇ ਲੈਹਣ ਵਿਜੋਗਾ ਜੀਓ, ਵਿਛੋੜੇ ਉਤਰ ਜਾਂਦੇ ਨੇ। ਬਲਿਹਾਰੀ ਤਿੰਨ ਗੁਰ ਸਿੱਖਾਂ ਪੈਰੀਂ ਪੈ ਗੁਰ ਸਭਾ ਬੈਠਾ। ਉਹਨਾਂ ਗੁਰਸਿੱਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਜਿਹੜੇ ਗੁਰੂ ਦੇ ਪੈਰੀਂ ਪੈ ਕੇ ਗੁਰੂ ਦੇ ਚਰਨਾਂ ਦੀ ਨਮਸਕਾਰ ਕਰਕੇ ਗੁਰੂ ਦੀ ਜਿਹੜੀ ਸਾਧ ਸੰਗਤ ਗੁਰਸਭਾ ਲੱਗੀ ਹੋਈ ਹੈ ਉਹਦੇ ਵਿੱਚ ਬੈਠ ਜਾਂਦੇ ਨੇ। ਬੈਠ ਕੇ ਤੇ ਨਾਮ ਰੂਪੀ ਮਿੱਠੇ ਬੋਲ ਬੋਲਦੇ ਨੇ। ਬਲਿਹਾਰੀ ਤਿੰਨ ਗੁਰ ਸਿੱਖਾਂ ਗੁਰਮਤਿ ਬੋਲ ਬੋਲਦੇ ਮਿੱਠਾ। ਉਹਨਾਂ ਗੁਰਸਿੱਖਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਜਿਹੜੇ ਗੁਰੂ ਦੀ ਮੱਤ ਦੇ ਦੁਆਰਾ ਵਾਹਿਗੁਰੂ ਨਾਮ ਦੇ ਮਿੱਠੇ ਬੋਲ ਬੋਲਦੇ ਨੇ। ਬਲਿਹਾਰੀ ਤਿੰਨ ਗੁਰ ਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇਠਾ।
ਮੈਨੂੰ ਗੁਰਸਿੱਖਾਂ ਦੇ ਕਹਿੰਦੇ ਬਲਿਹਾਰ ਹਨ ਜੋ ਗੁਰ ਭਾਈਆਂ ਨੂੰ ਹੀ ਆਪ ਦੇ ਪੁੱਤਰ ਮਿੱਤਰ ਇਸ਼ਟ ਪਦਾਰਥ ਸਮਝਦੇ ਨੇ। ਬਲਿਹਾਰੀ ਤਿੰਨਾਂ ਗੁਰਸਿੱਖਾ ਗੁਰ ਸੇਵਾ ਜਾਣਨ ਅਬਰਿਠਾ। ਮੈਨੂੰ ਗੁਰਸਿੱਖਾਂ ਦੀ ਬਲਿਹਾਰੀਆਂ ਜੋ ਗੁਰੂ ਦੀ ਸੇਵਾ ਨੂੰ ਅਬਰਿਠਾ ਪਿਆਰੀ ਜਾਣਦੇ ਨੇ। ਬਲਿਹਾਰੀ ਤਿੰਨਾਂ ਗੁਰਸਿੱਖਾ। ਭਾਈ ਸਾਹਿਬ ਕਹਿੰਦੇ ਉਹਨਾਂ ਗੁਰਸਿੱਖਾਂ ਨੂੰ ਮੈਂ ਬਲਿਹਾਰ ਪਿਆ ਜਾਂਦਾ। ਆਪ ਤਰੇ ਤਾਰੇ ਨ ਸਿਰਠਾ। ਜੋ ਆਪ ਤਾਂ ਤਰੇ ਹੀ ਨੇ ਤੇ ਨਾਮ ਦਾ ਉਪਦੇਸ਼ ਦੇ ਕੇ ਕਥਾ ਕੀਰਤਨ ਸਰਵਣ ਕਰਾ ਕੇ ਸ੍ਰਿਸ਼ਟੀ ਦੇ ਕਲਯੁਗੀ ਜੀਆਂ ਨੂੰ ਤਾਰਦੇ ਨੇ। ਐਸੇ ਗੁਰਸਿੱਖਾਂ ਨੂੰ ਮੈਂ ਬਲਿਹਾਰ ਹਾਂ, ਕਿਉਂਕਿ ਗੁਰਸਿੱਖ ਮਿਲਿਆ ਪਾਪ ਰਿਠ। ਗੁਰੂ ਦੇ ਸਿੱਖਾਂ ਦੇ ਮਿਲਣ ਤੋਂ ਪਾਪ ਝੜ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜੋ ਗੁਰਮਤਿ ਦੇ ਮਹਾਨ ਵਿਆਖਿਆਕਾਰ ਹੋਏ ਨੇ ਅਤੇ ਸਭ ਤੋਂ ਪਹਿਲੇ ਗੁਰਸਿੱਖਾਂ ਦੇ ਵਿੱਚੋਂ ਕਥਾਕਾਰ ਹੋਏ ਹਨ, ਜਿਨ੍ਹਾਂ ਦਾ ਕੋਈ ਅੱਜ ਤੱਕ ਬਦਲ ਨਹੀਂ ਹੈ। ਬ੍ਰਹਮ ਗਿਆਨੀ ਮਹਾਂਪੁਰਖ ਸਨ, ਨਾਮ ਅਭਿਆਸੀ ਸਨ। ਕਿਸੇ ਨਗਰ ਦੇ ਵਿਚਰਦੀ ਗੁਜ਼ਰ ਰਹੇ ਸਨ ਤਾਂ ਕਿਸੇ ਪ੍ਰੇਮੀ ਨੇ ਭਾਈ ਸਾਹਿਬ ਨੂੰ ਪਹਿਚਾਣ ਕੇ ਉਹਨਾਂ ਨੂੰ ਫਤਿਹ ਬੁਲਾਈ ਔਰ ਬੇਨਤੀ ਕੀਤੀ। ਕਹਿੰਦੇ ਮਹਾਰਾਜ ਸਾਡੇ ਨਗਰ ਵਿੱਚ ਕੁਝ ਦਿਨ ਰਹਿ ਕੇ ਕਥਾ ਸੁਣਾਓ। ਕਹਿੰਦੇ ਕਿਉਂ? ਕਹਿੰਦੇ ਸਾਡੇ ਬੱਚੇ ਅਸੀਂ ਤੁਹਾਡੇ ਤੋਂ ਗੁਰਮਤਿ ਗ੍ਰਹਿਣ ਕਰਾਂਗੇ, ਤੁਹਾਡੇ ਦਿੱਤੇ ਉਪਦੇਸ਼ ਨੂੰ ਧਾਰਨ ਕਰਕੇ ਸਾਡਾ ਭਲਾ ਹੋਵੇਗਾ। ਤਾਂ ਭਾਈ ਸਾਹਿਬ ਨੇ ਵਿਅੰਗ ਦੇ ਨਾਲ ਨਗਰ ਨਿਵਾਸੀਆਂ ਨੂੰ ਸਮਝਾਇਆ। ਕਹਿੰਦੇ ਗੁਰਮੁਖੋ, ਇਸ ਪਿੰਡ ਦੇ ਵਿੱਚ ਦੀ ਲੰਘਣ ਦੇ ਨਾਲ ਜੇ ਮੇਰੇ ਇੱਥੋਂ ਵਿਚਰਨ ਦੇ ਨਾਲ ਲੰਘਣ ਦੇ ਨਾਲ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਇਆ ਤੇ ਮੇਰੇ ਬੋਲਣ ਤੋਂ ਵੀ ਅਸਰ ਨਹੀਂ ਹੋਏਗਾ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰਸਿੱਖਾਂ ਦੇ ਬ੍ਰਹਮ ਗਿਆਨੀਆਂ ਦੇ ਦਰਸ਼ਨ ਕਰਨ ਤੋਂ ਹੀ ਜਿਹੜਾ ਮਨ ਹੈ ਉਹ ਵਾਹਿਗੁਰੂ ਨਾਮ ਦੇ ਵਿੱਚ ਜੁੜ ਜਾਂਦਾ ਹੈ। ਤੁਸੀਂ ਕਿਤੇ ਮਹਿਸੂਸ ਕੀਤਾ ਹੋਏਗਾ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਅੰਸਾਲੀ ਸਾਹਿਬ ਵਾਲੇ, ਉਹ ਬੋਲਦੇ ਨਹੀਂ ਸਨ। ਉਹਨਾਂ ਦੇ ਜੀਵਨ ਤੋਂ ਹੀ ਕਿੰਨੀਆਂ ਸੰਗਤਾਂ ਵੇਖੋ ਵਰੋਸਾਈਆਂ। ਐਸੇ ਰੱਬ ਦੇ ਪਿਆਰੇ ਜਦ ਮੱਥੇ ਲੱਗਦੇ ਨੇ ਤਾਂ ਜਿਸ ਬੀਬੀ ਨੇ ਸਿਰ ਨਾ ਟਕਿਆ ਹੋਵੇ ਉਹ ਝਟਪਟ ਚੁੰਨੀ ਲੱਭੂਗੀ ਵੀ ਮੇਰੀ ਚੁੰਨੀ ਕਿੱਥੇ ਹੈ। ਕਾਰਨ ਕੀ ਹੈ? ਵੀ ਉਹਨਾਂ ਮਹਾਂਪੁਰਖਾਂ ਦਾ ਜੀਵਨ ਹੈ। ਦਰਸ਼ਨ ਕਰਦਿਆਂ ਹੀ ਮੁੱਖੋਂ ਵਾਹਿਗੁਰੂ ਨਾਮ ਨਿਕਲੇਗਾ। ਜਿਨ੍ਹਾਂ ਦੀ ਅਸਥਾਨ ਦੀ ਆਪ ਬੈਠੇ ਹੋ, ਇਹ ਵੀ ਇੱਕ ਮਹਾਂਪੁਰਖ ਸੀਗੇ। ਇਹ ਗੁਰੂਆਂ ਦਾ ਇਤਿਹਾਸਕ ਸਥਾਨ ਨਹੀਂ ਹੈ, ਗੁਰੂ ਦੇ ਸਿੱਖਾਂ ਦਾ, ਗੁਰੂ ਦੇ ਸਿੰਘਾਂ ਦਾ ਇਤਿਹਾਸਕ ਸਥਾਨ, ਜਿਨ੍ਹਾਂ ਨੇ ਜੀਵਨ ਬਣਾਇਆ। ਨਾਮ ਜਪਣ ਦੇ ਨਾਲ ਨਾਲ ਆਪ ਦੇ ਸਰੀਰ ਨੂੰ ਵੀ ਪਰਉਪਕਾਰ ਹਿਤ ਲਾ ਗਏ, ਜੂਝ ਕੇ ਸੂਰਮ ਗਤੀ ਦੁਆਰਾ ਸ਼ਹੀਦੀ ਪ੍ਰਾਪਤ ਕੀਤੀ। ਇਹ ਉਹਨਾਂ ਗੁਰਸਿੱਖਾਂ ਦਾ ਹੀ ਸਥਾਨ ਹੈ। ਜਦ ਵੀ ਸੰਗਤਾਂ ਗੇਟ ਤੋਂ ਅੰਦਰ ਐਂਟਰ ਕਰਦੀਆਂ ਨੇ ਤਾਂ ਮੱਥਾ ਟੇਕ ਕੇ ਚਰਨ ਧੂੜ ਮੱਥੇ ਨੂੰ ਲਾ ਕੇ ਗੇਟ ਦੇ ਅੰਦਰ ਆਉਂਦਿਆਂ ਹੀ ਵਾਹਿਗੁਰੂ ਬੋਲਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਦੀ ਆਪ ਦੀ ਕਮਾਈ ਹੈ। ਤੋ ਗੁਰਮੁਖ ਜਨ ਜਿਹੜੇ ਨੇ ਉਹਨਾਂ ਦਾ ਜੀਵਨ ਕੈਸਾ ਹੈ ਕਿ ਉਹ ਨਾਮਦਾਨ ਇਸ਼ਨਾਨ ਹਰ ਵਕਤ ਆਪ ਨਾਮ ਜਪਦੇ, ਫਿਰ ਧਰਮ ਦੀ ਕਿਰਤ ਕਰਕੇ ਦਾਨ ਦਿੰਦੇ ਨੇ।
ਵੰਡ ਕੇ ਛਕਦੇ ਨੇ ਅਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕੋਟ ਬਿਘਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਜੋ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਚਾਹੁੰਦਾ, ਬਿਮਾਰੀ ਤੋਂ ਰਹਿਤ ਹੋਣਾ ਚਾਹੁੰਦਾ ਹੈ ਔਰ ਸੋਚਦਾ ਹੈ ਕਿ ਦਵਾਈਆਂ ਤੋਂ ਛੁਟਕਾਰਾ ਮਿਲ ਜਾਏ, ਤਾਂ ਸਭ ਤੋਂ ਜੋ ਮੁੱਖ ਦਵਾਈ ਗੁਰੂ ਸਾਹਿਬ ਨੇ ਦਿੱਤੀ ਹੈ, ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਔਰ ਸੱਚੇ ਨਾਮ ਦੀ ਵਡਿਆਈਆਂ ਦੀ ਵਿਚਾਰ ਕਰਨੀ। ਸੱਚੇ ਵਾਹਿਗੁਰੂ ਦਾ ਨਾਮ ਜਪਣਾ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਸਭ ਤੋਂ ਉੱਤਮ ਦਵਾਈ ਹੈ। ਕਿਉਂਕਿ ਅਸੀਂ ਕਲਯੁਗੀ ਗ੍ਰਸਤੀ ਲੋਕ ਹਾਂ। ਸਰੀਰ ਦੇ ਦੁੱਖ ਕਰਕੇ ਉਹਨੇ ਦੁਖੀ ਨਹੀਂ, ਜਿੰਨਾ ਕਿ ਸਾਨੂੰ ਮਾਨਸਿਕ ਚਿੰਤਾ ਹੈ। ਸੋ ਨਾਮ ਜਪਣ ਤੋਂ, ਅੰਮ੍ਰਿਤ ਵੇਲੇ ਉੱਠਣ ਤੋਂ ਸੁਤੇ ਸਿੱਧ ਮਨ ਪ੍ਰਸੰਨ ਹੁੰਦਾ, ਚਿੰਤਾ ਮੁਕਤ ਹੋ ਜਾਂਦਾ। ਚਿੰਤਤ ਹੀ ਦੀਸੈ ਸਭ ਕੋਏ, ਚੇਤੈ ਏਕ ਤਹੀਂ ਸੁਖ ਹੋਏ। ਸਭ ਦੁਨੀਆ ਚਿੰਤਾ ਸੰਯੁਕਤ ਦੇਖ ਰਹੀ ਹੈ, ਪਰ ਜੇ ਇੱਕ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰ ਲਵੇ ਤਾਂ ਉਹਨਾਂ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਏ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਤੋ ਸਰੀਰ ਦੀ ਤੰਦਰੁਸਤੀ ਵੀ ਪ੍ਰਾਪਤ ਹੋ ਜਾਂਦੀ। ਹਰ ਕਾ ਨਾਮ ਧਿਆਈ ਕੈ ਹੋ ਹਰਿਆ ਭਾਈ, ਕਰਮ ਲਖੰਦੇ ਪਾਈਐ ਇਹ ਰੁੱਤ ਸੁਹਾਈ। ਨਾਮ ਜਪਣ ਦੀ ਰੁੱਤ ਸੋਭਨੀਕ ਹੈ, ਜੋ ਤਨ ਦੇ ਮਨ ਨੂੰ ਮਨ ਖਿੜਿਆ ਹਰਿਆ ਬਾਗ ਦੀ ਤਰ੍ਹਾਂ ਹਰਿਆ ਭਰਿਆ ਕਰ ਦਿੰਦੀ। ਸਤਿਗੁਰੂ ਨਾਨਕ ਦੇਵ ਜੀ ਨੇ ਰਾਜੇ ਸ਼ਿਵਨਾਭ ਦੇ ਬਾਗ ਦੇ ਵਿੱਚ ਆਪਦੇ ਪ੍ਰਤੱਖ ਚਰਨ ਪਾਏ। 12 ਸਾਲ ਤੋਂ ਸੁੱਕਾ ਪਿਆ ਬਾਗ ਗੁਰੂ ਸਾਹਿਬ ਦੇ ਚਰਨ ਪੈਣ ਤੋਂ ਹਰਿਆ ਭਰਿਆ ਹੋ ਗਿਆ। ਜਿਹੜਾ ਰਾਜਾ ਸਾਹਿਬਾਂ ਨੂੰ ਉਡੀਕ ਰਿਹਾ ਸੀ ਔਰ ਉਹ ਸਾਧੂ ਸੰਤਾਂ ਦੀ ਪਰਖ ਕਰਦਾ, ਜਿਹੜੇ ਦੂਸਰੇ ਪਖੰਡੀ ਸਾਧੂ ਹੁੰਦੇ ਉਹ ਗੁਰੂ ਸਾਹਿਬ ਦਾ ਨਾਮ ਰਤ ਕੇ ਤੇ ਰਾਜੇ ਕੋਲੋਂ ਪੂਜਾ ਕਰਾਉਣਾ ਹੀ ਚਾਹੁੰਦੇ। ਰਾਜੇ ਨੇ ਜਦ ਇਹ ਸੁਣਿਆ ਕਿ ਬਾਗ ਹਰਿਆ ਹੋ ਗਿਆ, ਉਹਨੂੰ ਨਿਸ਼ਚਾ ਆ ਗਿਆ ਵੀ ਮਹਾਰਾਜ ਦੇ ਚਰਨ ਪਏ ਨੇ। ਗੁਰੂ ਨਾਨਕ ਸਾਹਿਬ ਆ ਗਏ। ਫਿਰ ਵੀ ਪਰਖ ਵਾਸਤੇ ਉਹਨੇ 2-3 ਤਰੀਕੇ ਅਪਣਾਏ। ਉਹਦੀ ਮੈਂ ਵਿਚਾਰ ਨਹੀਂ ਕਰਨੀ, ਮੇਰਾ ਪ੍ਰਕਰਨ ਹੈ। ਜਿਵੇਂ ਹੀ ਗੁਰੂ ਨਾਨਕ ਸਾਹਿਬ ਨੇ ਰਾਜੇ ਸ਼ਿਵਨਾਭ ਦੇ ਬਾਗ ਵਿੱਚ ਚਰਨ ਪਾ ਕੇ ਉਹਦਾ ਸੁੱਕਾ ਬਾਗ ਹਰਿਆ ਭਰਿਆ ਕਰ ਦਿੱਤਾ, ਇਸੇ ਤਰ੍ਹਾਂ ਜਿਹੜੇ ਮਾਨਸਿਕ ਤੌਰ 'ਤੇ ਸੁੱਕੇ ਹੋਏ ਨੇ, ਔਗਣਾਂ ਦੇ ਵਿਕਾਰਾਂ ਦੀ ਤਪਸ਼ ਦੇ ਨਾਲ ਸੜੇ ਹੋਏ ਹਨ, ਤਾਂ ਤਪਤ ਮਾਹੇ ਠਾਂਡ ਵਰਤਾਈ। ਜਿਹੜੀ ਬਾਣੀ ਹੈ ਇਹ ਸਤਿਗੁਰੂ ਨਾਨਕ ਦੇਵ ਜੀ ਦੇ ਅਸਲੀ ਚਰਨ ਹਨ। ਜਿਸ ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਏ, ਉਹ ਮਨ ਸ਼ੁਭ ਗੁਣਾਂ ਦੇ ਨਾਲ ਹਰਿਆ ਭਰਿਆ ਹੋ ਜਾਂਦਾ। ਜਿਹੜੀ ਖੇਤੀ ਸੁੱਕੀ ਹੋਵੇ ਉਹਨੂੰ ਪਾਣੀ ਲਾ ਕੇ ਹਰੀ ਕਰ ਦੇਈਦਾ। ਇਉਂ ਗੁਰਮੁਖ ਨਾਮ ਦਾ ਇਸ਼ਨਾਨ, ਗੁਰਮੁਖ ਨਾਮ ਜਪਦੇ ਦੂਜਿਆਂ ਨੂੰ ਨਾਮ ਦਾ, ਬ੍ਰਹਮ ਦਾ, ਗਿਆਨ ਦਾ ਦਾਨ ਦਿੰਦੇ ਤੇ ਫਿਰ ਇਸ਼ਨਾਨ। ਸੋ ਇਹ ਨਾਮ ਰੂਪੀ ਜਲ ਦੇ ਨਾਲ ਇਸ਼ਨਾਨ ਕਰਕੇ ਆਪਦੇ ਮਨ ਨੂੰ ਗੁਣਾਂ ਦੇ ਨਾਲ ਹਰਿਆ ਭਰਿਆ ਕਰ ਲੈਂਦੇ ਹਨ। ਰਾਗ ਦ્વੈਖ ਰੂਪੀ ਮੈਲ ਨੂੰ ਮਿਟਣ ਰੋਪ ਤਪਤ ਮਾਹੇ ਠਾਂਡ ਵਰਤਾਈ। ਇਹ ਤਪਸ਼ ਤੋਂ ਰਾਹਤ ਪਾ ਕੇ ਇਸ਼ਨਾਨ ਕਰਕੇ ਤੰਦਰੁਸਤ ਰਹਿੰਦੇ ਹਨ। ਗੁਰਮੁਖ ਲਾਗੈ ਸਹਜ ਧਿਆਨ। ਜਿਹੜਾ ਇਸ਼ਨਾਨ ਕਰਕੇ ਬੈਠਦਾ ਸੁਤੇ ਸਿੱਧ ਉਹਦਾ ਵਾਹਿਗੁਰੂ ਦੇ ਸਰੂਪ 'ਚ ਧਿਆਨ ਲੱਗਿਆ ਰਹਿੰਦਾ। ਗੁਰਮੁਖ ਜਨਮ ਦਾ ਸੁਤੇ ਸਿੱਧ ਹੀ ਹਰ ਵਕਤ ਵਾਹਿਗੁਰੂ ਦੇ ਸਰੂਪ ਦੇ ਵਿੱਚ ਧਿਆਨ ਲੱਗਿਆ ਰਹਿੰਦਾ, ਜਾਂ ਗੁਰਮੁਖਾਂ ਦੀ ਸੰਗਤ ਕਰਕੇ ਸਹਿਜੇ ਹੀ ਵਾਹਿਗੁਰੂ ਦੇ ਨਾਲ ਧਿਆਨ ਲੱਗ ਜਾਂਦਾ ਹੈ। ਗੁਰਮੁਖ ਪਾਵੈ ਦਰਗਹਿ ਮਾਨ। ਗੁਰਮੁਖ ਜਨ ਪਰਮਾਤਮਾ ਦੀ ਨਿਆਈ ਸਭਾ ਦੇ ਵਿੱਚ ਮਾਨ ਸਤਿਕਾਰ ਪਾਉਂਦੇ ਹਨ। ਜਾਂ ਦਰਗਹਿ ਹਿਰਦੇ ਦੇ ਅੰਦਰ ਤੁਰਿਆ ਪਦ ਰੂਪੀ ਜਗ੍ਹਾ ਵਿੱਚ ਪਰਮੇਸ਼ਰ ਹੈ, ਉਸ ਦਾ ਮੰਨਣ ਗਿਆਨ ਪਾਉਂਦੇ ਨੇ ਗੁਰਮੁਖ। ਗੁਰਮੁਖ ਭਾਉ
ਭੰਜਨ ਪ੍ਰਧਾਨ। ਗੁਰਮੁਖ ਜਨ ਸੰਸਾਰ ਸਮੁੰਦਰ ਦੇ ਜਾਂ ਜੰਮਣ ਮਰਨ ਦੇ ਡਰ ਨੂੰ ਜਾਂ 7 ਪ੍ਰਕਾਰ ਦੇ ਡਰ ਨੂੰ ਭੰਨਣ ਕਰ ਦਿੰਦੇ। ਇਸ ਕਰਕੇ ਉਹ ਮੁਖੀ ਹਨ। 5 ਪ੍ਰਵਾਨ 5 ਪ੍ਰਧਾਨ 5 ਪਾਵੈ ਦਰਗਹਿ ਮਾਣ। ਜਾਂ ਗੁਰਮੁਖ ਜਨ 7 ਪ੍ਰਕਾਰ ਦੇ ਡਰ ਦੇ ਤੋੜਨ ਵਿੱਚ ਪ੍ਰਧਾਨ ਸ੍ਰੇਸ਼ਟ ਹਨ। ਗੁਰਮੁਖ ਕਰਨੀ ਕਾਰ ਕਰਾਏ। ਗੁਰਮੁਖ ਜਨ ਆਪ ਭਗਤੀ ਰੂਪ ਕਰਨੀ ਦੀ ਕਾਰ ਕਰਦੇ ਨੇ ਅਤੇ ਹੋਰਨਾਂ ਪਾਸੋਂ ਭਗਤੀ ਦੀ ਕਾਰ ਕਰਵਾਉਂਦੇ ਹਨ। ਨਾਨਕ ਗੁਰਮੁਖ ਮੇਲ ਮਿਲਾਏ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਗੁਰਮੁਖਾਂ ਨੂੰ ਆਪ ਪਰਮੇਸ਼ਰ ਆਪਣੇ ਸਰੂਪ ਦੇ ਮੇਲ ਵਿੱਚ ਮਿਲਾਉਂਦਾ ਹੈ। ਇਸੇ ਪ੍ਰਕਾਰ ਨਾਨਕ ਗੁਰਮੁਖ ਮੇਲ ਮਿਲਾਏ। ਗੁਰਮੁਖ ਜਨ ਨਾਮ ਦਾ ਉਪਦੇਸ਼ ਦੇ ਕੇ ਹੋਰਨਾਂ ਅਧਿਕਾਰੀਆਂ ਨੂੰ ਵਾਹਿਗੁਰੂ ਦੇ ਮੇਲ ਦੇ ਵਿੱਚ ਮਿਲਾ ਦਿੰਦੇ ਹਨ। ਗੁਰਮੁਖ ਸ਼ਾਸਤਰ ਸਿਮਰਤ ਵੇਦ। ਗੁਰਮੁਖ ਜਨਾਂ ਦੇ 6 ਸ਼ਾਸਤਰ 27 ਸਿਮਰਤੀਆਂ ਤੇ 4 ਵੇਦ ਗੁਣਾਂ ਨੂੰ ਕਥਨ ਕਰਦੇ ਹਨ। ਫਿਰ ਵੀ ਸਮਗਰ ਤੌਰ ਤੇ ਜਾਣ ਨਹੀਂ ਸਕਦੇ। ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ, ਜੇਤਾ ਸੁਨੈ ਤੇਤਾ ਬਖਿਆਨੈ। ਇਸੇ ਪ੍ਰਕਾਰ ਗੁਰਮੁਖ ਸ਼ਾਸਤਰ ਸਿਮਰਤ ਵੇਦ। ਗੁਰਮੁਖ ਜਨਾਂ ਦਾ ਜੀਵਨ ਜਾਂ ਗੁਰਮੁਖਾਂ ਦਾ ਉਪਦੇਸ਼ ਹੀ ਸ਼ਾਸਤਰ ਸਿਮਰਤੀਆਂ ਅਤੇ ਵੇਦ ਹਨ। ਸਾਨੂੰ ਕੋਈ ਹੋਰ ਸ਼ਾਸਤਰ ਸਿਮਰਤੀਆਂ ਵੇਦਾਂ ਦਾ ਗਿਆਨ ਪੜ੍ਹਨ ਦੀ ਲੋੜ ਨਹੀਂ। ਮੁਖੀ ਗੁਰਾਂ ਦਾ ਉਪਦੇਸ਼ ਹੀ ਜਾਂ ਗੁਰਮੁਖਾਂ ਮਹਾਂਪੁਰਖਾਂ ਦਾ ਜੋ ਕਥਾ ਦੁਆਰਾ ਦਿੱਤਾ ਉਪਦੇਸ਼ ਹੈ, ਇਹ ਸ਼ਾਸਤਰਾਂ ਵੇਦਾਂ ਦੇ ਨਾਲੋਂ ਸਰਬ ਸ੍ਰੇਸ਼ਟ ਹੈ। ਇਸੇ ਪ੍ਰਕਾਰ ਗੁਰਮੁਖ ਸ਼ਾਸਤਰ ਸਿਮਰਤੇ ਵੇਦ। ਗੁਰਮੁਖ ਜਨ ਉਹ ਸਤਿਸਵਰੂਪ ਬ੍ਰਹਮ ਦੀ ਆਗਿਆ ਨੂੰ ਮੰਨਦੇ ਨੇ ਤੇ ਹਰ ਵਕਤ ਸਿਮਰਨ ਕਰਦੇ ਰਹਿੰਦੇ ਹਨ ਅਤੇ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵੇਦ ਗਿਆਨ ਵਿੱਚ ਸਥਿਤ ਰਹਿੰਦੇ ਨੇ। ਇਹੀ ਗੁਰਮੁਖਾਂ ਦੇ ਸ਼ਾਸਤਰ ਸਿਮਰਤੀਆਂ ਅਤੇ ਵੇਦ ਹਨ। ਗੁਰਮੁਖ ਪਾਵੈ ਘਟ ਘਟ ਭੇਦ। ਗੁਰਮੁਖ ਜਨ ਘਟਾ ਘਟਾਂ ਦੇ ਵਿੱਚ ਵਿਆਪਕ ਪਰਮੇਸ਼ਰ ਦੀ ਪ੍ਰਾਪਤੀ ਦੇ ਭੇਤ ਨੂੰ ਪਾਉਂਦੇ ਹਨ। ਇਸੇ ਪ੍ਰਕਾਰ ਗੁਰਮੁਖ ਪਾਵੈ ਘਟ ਘਟ ਭੇਦ। ਗੁਰਮੁਖ ਜਨ ਘਟਾ ਘਟਾਂ ਦਾ ਭੇਦ ਪਾਉਂਦੇ ਨੇ ਕਿ ਸਰੀਰ ਮਿਥਿਆ ਹੈ, ਜਾਂ ਹਿਰਦਿਆਂ ਦਾ ਭੇਦ ਪਾਉਂਦੇ ਨੇ। ਭਾਵ ਸਭ ਦੇ ਹਿਰਦਿਆਂ ਦੀਆਂ ਗੁਪਤ ਗੱਲਾਂ ਨੂੰ ਉਹ ਜਾਣਦੇ ਹਨ। ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਜਨ ਜਿਹੜਾ ਪੁਰਾਣਾ ਵੈਰ ਹੈ ਤੇ ਨਵਾਂ ਵਿਰੋਧ ਹੈ, ਇਸ ਨੂੰ ਗਵਾ ਦਿੰਦੇ ਨੇ। ਮਤਲਬ ਕਿਸੇ ਦੀ ਕਈ ਗੱਲ ਦਾ ਅਵਲ ਤਾਂ ਗੁੱਸਾ ਹੀ ਨਹੀਂ ਕਰਦੇ, ਜੋ ਮਰਜ਼ੀ ਕੋਈ ਕਹੀ ਜਾਏ। ਪਰ ਜੇ ਕੋਈ ਮਾੜਾ ਮੋਟਾ ਗੁੱਸਾ ਆ ਵੀ ਜਾਏ ਤੇ ਉਹ ਇੱਕਦਮ ਆਪ ਦਾ ਰੋਸ ਪ੍ਰਗਟ ਕਰਕੇ ਫਿਰ ਭੁੱਲ ਜਾਂਦੇ ਨੇ। ਅਸੀਂ ਲੋਕ ਕੀ ਕਰਦੇ ਹਾਂ, ਮਨ ਹੀ ਮਨ ਰਿੱਝੀ ਜਾਂਦੇ ਹਾਂ। ਜਵਾਬ ਦੇਣ ਦੀ ਤਾਕਤ ਤਾਂ ਹੁੰਦੀ ਨਹੀਂ ਮੂੰਹ ਦੇ, ਉਹ ਆਪਣੇ ਆਪ 'ਚ ਰਿੱਝੀ ਜਾਈਦਾ। ਫਿਰ ਜਦ ਮੌਕਾ ਮਿਲੇ ਫਿਰ ਵੈਰ ਕਰੀਦਾ, ਵਿਰੋਧ ਕਰੀਦਾ। ਇਹਨੇ ਫਲਾਣੇ ਸਮੇਂ 'ਤੇ ਮੇਰੀ ਬੇਇੱਜ਼ਤੀ ਦੇ ਬਚਨ ਗਏ ਸਨ, ਹੁਣ ਮੈਂ ਇੱਥੋਂ ਬਦਲਾ ਲਾਂਗਾ। ਮੌਕਾ ਖੁੰਝਣ ਨਹੀਂ ਦਿੰਦੇ। ਇਹ ਬਿਮਾਰੀ ਮਨ ਦੀ ਨਿਸ਼ਾਨੀ ਹੈ। ਜਿਹੜਾ ਮਾਨਸਿਕ ਤੌਰ 'ਤੇ ਬਿਮਾਰ ਹੈ ਉਹ ਹਮੇਸ਼ਾ ਹੀ ਸੜਦਾ ਕੁੜਦਾ ਭੁੱਜਦਾ ਰਹਿੰਦਾ, ਹਰੇਕ ਗੱਲ 'ਤੇ ਸ਼ੰਕਾ ਕਰਕੇ ਤੇ ਸੋਚਦਾ ਰਹਿੰਦਾ ਹੈ। ਤੇ ਇਸ ਤਰੀਕੇ ਦੇ ਨਾਲ
ਉਹ ਆਪ ਦਾ ਨੁਕਸਾਨ ਕਰਦਾ, ਵੈਰ ਕਮਾਉਂਦਾ, ਵਿਰੋਧ ਕਰਦਾ, ਜਿਸ ਦੇ ਨਾਲ ਵੇਖੋ ਦੁਰਯੋਧਨ ਨੇ ਜਿਹੜੀ ਵੱਡੀ ਭਰਜਾਈ ਹੁੰਦੀ ਹੈ ਉਹ ਮਾਵਾਂ ਦੇ ਬਰਾਬਰ ਹੁੰਦੀ ਹੈ, ਅਤੇ ਮਾਂ ਵੀ ਸਾਨੂੰ 100 ਗੱਲਾਂ ਕਰ ਹੀ ਲੈਂਦੀ ਆ, ਬੜਾ ਕੁਛ ਬੋਲਦੀ ਆ, ਪਰ ਉਹਦੇ ਬੋਲ ਦੇ ਨਾਲ ਇਹ ਥੋੜ੍ਹਾ ਵੀ ਸਰਾਪ ਲੱਗ ਜਾਂਦਾ ਜਾਂ ਕੋਈ ਹੋਰ ਤਰੀਕੇ ਨਾਲ ਕੋਈ ਨੁਕਸਾਨ ਹੁੰਦਾ। ਸੋ ਮਾਵਾਂ ਦੇ ਬੋਲ ਦੇ ਜਾਂ ਵੱਡਿਆਂ ਦੇ ਕੌੜੇ ਬੋਲਾਂ ਦੇ ਸੁਣ ਕਰਕੇ ਗੁੱਸਾ ਨਹੀਂ ਕਰੀਦਾ। ਜੇ ਦ੍ਰੋਪਦੀ ਨੇ ਅੰਨੇ ਆਏ ਇਹ ਬਚਨ ਕਰ ਹੀ ਦਿੱਤਾ, ਚਾਹੀਦਾ ਤਾਂ ਨਹੀਂ ਸੀ ਕਰਨਾ, ਪਰ ਫਿਰ ਕੀ ਹੋ ਜਾਣੇ, ਵੱਡੀ ਭਰਜਾਈ ਸੀ ਭੁੱਲ ਜਾਂਦਾ, ਪਰ ਐਡਾ ਨਿਕੰਮਾ ਨਿਕਲਿਆ, ਵੈਰ ਕਮਾਇਆ, ਮੌਕਾ ਆਇਆ ਉਹਨੂੰ ਹੱਥੋਂ ਨਹੀਂ ਜਾਣ ਦਿੱਤਾ। ਭਰੀ ਸਭਾ ਦੇ ਵਿੱਚ ਬੇਇੱਜ਼ਤੀ ਕਰਨ ਦੀ ਲਾਲਸਾ ਦੇ ਨਾਲ ਤੇ ਉਹਨੇ ਬਹੁਤ ਬੁਰੀ ਹਾਲਤ ਕਰ ਦਿੱਤੀ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਮੱਥੇ ਵਾਲ ਪਛਾੜਿਅਨ, ਮੱਥੇ ਵਾਲ ਪਛਾੜਿਅਨ, ਥੱਕੇ ਦੂਤ ਨ ਪਾਰ ਵਸਾਂਦੀ। ਉਹ ਵਿਚਾਰੀ ਦੇ ਵਾਲ ਖੁੱਲ੍ਹ ਕੇ ਮੁੜਕੋ ਮੁੜਕੀ ਚਿਹਰਾ ਹੋਇਆ ਪਿਆ, ਬੱਗਾ ਪੀਲਾ ਉੱਡਿਆ ਅਤੇ ਵਾਲ ਮੱਥੇ 'ਤੇ ਆ ਗਏ, ਮਤਲਬ ਸਿਰ ਖਿਲਰ ਗਿਆ, ਇੰਨੀ ਬੁਰੀ ਹਾਲਤ ਕਰ ਦਿੱਤੀ। ਪਰ ਭਗਵਾਨ ਨੇ ਮਦਦ ਕੀਤੀ, ਦੂਤ ਥੱਕ ਗਏ ਪਰ ਉਹਨਾਂ ਦਾ ਵੱਸ ਨਹੀਂ ਚੱਲਿਆ। ਕੱਪੜ ਕੋਟ ਉਸਾਰੀਅਨ ਅਤੇ ਔਕੜ ਰੁੱਧੀ ਰਾਰ ਜਿਨ੍ਹਾਂ ਦੀ। ਇਉਂ ਸਾਧ ਸੰਗਤ ਜੀਓ, ਕੱਪੜੇ ਦਾ ਕਿਲਾ ਹੀ ਉਸਾਰ ਦਿੱਤਾ ਮਹਾਰਾਜ ਨੇ। ਭਗਵਾਨ ਨੇ ਆਪ ਦਾ ਰੋਲ ਨਿਭਾਇਆ, ਪਰ ਦੁਰਯੋਧਨ ਨੇ ਵੈਰ ਕਮਾਉਣ ਤੋਂ ਕਸਰ ਨਹੀਂ ਛੱਡੀ। ਔਰ ਉਸ ਤੋਂ ਬਾਅਦ ਵੇਖੋ ਕਿੱਡਾ ਮਹਾਨ ਯੁੱਧ ਹੋਇਆ। ਛੋਟੀ ਜਿਹੀ ਗੱਲ ਸੀਗੀ ਕਿ ਪਾਂਡਵਾਂ ਨੂੰ ਇੱਕ ਇੱਕ ਪਿੰਡ ਦੇ ਕੇ ਅਤੇ ਉਹਨਾਂ ਨੂੰ ਥਾਂ ਥਾਈਂ ਕਰ ਦਿੰਦਾ, ਪਰ ਵੈਰ ਵਿਰੋਧ ਦੇ ਵਿੱਚ ਕਿੰਨਾ ਨੁਕਸਾਨ ਆਪ ਦਾ ਵੀ ਕੀਤਾ। 100 ਦੇ 100 ਜਿਹੜੇ ਭਰਾ ਸਨ ਉਹ ਵੀ ਮਾਰੇ ਗਏ ਅਤੇ ਲੱਖਾਂ ਖੂਹਣੀਆਂ ਫੌਜ ਜਿਹੜੀ ਉਹ ਖਪਤ ਹੋ ਗਈ। ਇੰਡੀਆ ਬਰਬਾਦ ਹੋ ਗਿਆ, ਅੱਜ ਤੱਕ ਪੈਰਾਂ ਸਿਰ ਨਹੀਂ ਹੋ ਪਾਇਆ, ਨਹੀਂ ਤਾਂ ਅਮਰੀਕਾ ਕੈਨੇਡਾ ਨੇ ਕੀ ਇਹਦੀ ਬਰਾਬਰੀ ਕਰ ਲੈਣੀ ਸੀਗੀ। ਉਹ ਸੰਸਾਰ ਦੇ ਜਿਹੜੇ ਯੁੱਧ ਹੋਏ, ਪਹਿਲੀ ਜੰਗ, ਫਿਰ ਦੂਜੀ ਜੰਗ, ਆ ਜਿਹੜਾ ਕੈਰਵਾਂ ਪਾਂਡਵਾਂ ਦਾ ਕੁਰੂਕਸ਼ੇਤਰ ਦਾ ਯੁੱਧ ਹੋਇਆ, ਸਭ ਤੋਂ ਵੱਡਾ ਨੁਕਸਾਨ ਇਸ ਨੇ ਕੀਤਾ। ਕਿਉਂਕਿ ਜੰਗਾਂ ਯੁੱਧਾਂ ਦੇ ਵਿੱਚ ਜਾਪਾਨ ਦੇ ਵਿੱਚ ਅਜੇ ਵੀ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਅੰਗਹੀਣ ਹੁੰਦੇ ਹਨ, ਬਿਮਾਰੀ ਗ੍ਰਸਤ ਹੁੰਦੇ ਨੇ, ਕਿਉਂਕਿ ਕਹਿੰਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਵਿੱਚ ਪਰਮਾਣੂ ਬੰਬ ਸੁੱਟਿਆ ਗਿਆ ਸੀਗਾ, ਅਜੇ ਤੱਕ ਉਹਦਾ ਅਸਰ ਹੈ। ਸੋ ਜੰਗ ਦਾ ਨਾਮ ਤਾਂ ਸੌਖਾ ਹੈ ਅਤੇ ਪਰ ਭੋਗਣਾ ਬੜਾ ਔਖਾ ਹੈ। ਤੋ ਜਿੰਨਾ ਵੀ ਹੋ ਸਕੇ ਲੜਾਈ ਤੋਂ ਬਚਾ ਰੱਖੇ। ਜਿਹੜਾ ਵੈਰ ਵਿਰੋਧ ਹੈ ਇਹ ਬਿਮਾਰ ਮਨ ਦੀ ਨਿਸ਼ਾਨੀ ਹੈ। ਕਿਸੇ ਦੀ ਕਹੀ ਹੋਈ ਗੱਲ ਨੂੰ ਚੇਤੇ ਰੱਖਣ ਦੀ ਬਜਾਏ ਉਸੇ ਵਕਤ ਹੀ ਸੁੱਟ ਦਿਓ, ਥੁੱਕ ਕੇ ਮਿੱਟੀ ਪਾਉਣੀ ਹੀ ਚੰਗੀ ਹੁੰਦੀ ਹੈ। ਤੋ ਦਰੀ ਥੱਲੇ ਦੱਬ ਕੇ ਬੈਠਣਾ ਹੀ ਚੰਗਾ ਹੁੰਦਾ। ਰਿੱਝੀ ਜਾਣਾ, ਚੇਤਾ ਕਰੀ ਜਾਣਾ, ਆਪਦੀ ਨੀਂਦ ਨੂੰ ਖਰਾਬ ਕਰਨਾ, ਦੂਸਰੇ ਦਾ ਨੁਕਸਾਨ ਦਾ ਓਨਾ ਹੁੰਦਾ ਨਹੀਂ, ਅਤੇ ਆਪ ਜੇਲ੍ਹਾਂ ਦੇ ਵਿੱਚ ਸਾਰੀ ਉਮਰ ਕੈਦਾਂ ਭੋਗਣੀਆਂ ਪੈਂਦੀਆਂ। ਉਮਰ ਕੈਦੀਆਂ ਦੇ ਵਿੱਚ ਉਹ 99 ਬੰਦੇ ਇੱਕ ਦੂਜੇ ਦੇ ਵੈਰ ਵਾਲੇ, ਸੋ ਵਿਰੋਧ ਵਾਲੇ, ਝਗੜੇ ਵਾਲੇ, ਉਹ ਆਪ ਦਾ ਦੁੱਖ ਭੋਗ ਰਹੇ ਹਨ। ਜਿਹੜੇ ਗੁਰਮੁਖ ਨੇ ਉਹਨਾਂ ਦਾ ਗੁੱਸਾ ਇੰਝ ਹੈ ਜਿਸ ਤਰ੍ਹਾਂ ਪਾਣੀ 'ਚ ਸੋਟਾ ਮਾਰੋ ਅਤੇ ਬਾਅਦ ਦੇ ਵਿੱਚ ਨਿਸ਼ਾਨੀ ਲੱਭੋ ਕਿੱਥੇ ਸੋਟਾ ਮਾਰਿਆ, ਪਤਾ ਨਹੀਂ ਲੱਗਦਾ। ਇਉਂ ਅੱਵਲ ਤਾਂ ਗੁੱਸਾ ਕਰਦੇ ਨਹੀਂ, ਵੀ ਜੇ ਗੁੱਸਾ ਕਰਨ ਅਤੇ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਪਾਣੇ, ਫਿਰ ਭੁੱਲ ਜਾਂਦੇ ਹਨ।
ਸੋ ਜਿਵੇਂ ਬਿੱਲੀ ਤੇ ਚੂਹੇ ਦਾ ਆਪਸ ਦਾ ਪਤਾ ਨਹੀਂ ਕਦੋਂ ਕਿਦਾ ਪੁਰਾਣਾ ਵੈਰ ਚੱਲਿਆ ਹੁੰਦਾ, ਇਸ ਤਰ੍ਹਾਂ ਚੂਹੇ ਬਿੱਲੀ ਵਾਂਗ ਵੈਰ ਨਹੀਂ ਪਾਈਦਾ ਤੇ ਵਿਰੋਧ ਮਿੰਟ ਮਿੰਟ ਤੇ ਖੈਬੜਬਾਜੀ। ਇੱਕ ਬੰਦਾ ਤਾਂ ਬੁੱਧੀਹੀਣ ਹੈ, ਝਗੜਾ ਬੰਦਾ ਉਹ ਕਰਦਾ ਜਿਹਦੇ ਪੱਲੇ ਕੁਛ ਵੀ ਨਾ ਹੋਵੇ, ਉਹ ਸਿਰ ਪਾੜ ਨੂੰ ਆਉਂਦਾ। ਕਮਲਾ ਬੰਦਾ, ਉਹਨੂੰ ਕੁਛ ਆਉਂਦਾ ਹੀ ਨਹੀਂ। ਕੋਈ ਵੀ ਹੱਥ 'ਚ ਆ ਜਾਏ ਚੀਜ਼, ਡੰਡਾ ਫੜਿਆ ਡੰਡਾ ਮਾਰ ਦੇਣਾ, ਪੱਥਰ ਫੜਿਆ ਪੱਥਰ ਮਾਰ ਦੇਣਾ। ਅਤੇ ਪਰ ਜੇ ਉਹਦੇ ਪਿੱਛੇ ਲੱਗ ਕੇ ਸਿਆਣਾ ਬੰਦਾ ਵੀ ਮੂਰਖਤਾਈ ਕਰੇ ਤਾਂ ਚੰਗੀ ਬਾਤ ਨਹੀਂ। ਇਸ ਲਈ ਜਿਹੜੇ ਗੁਰਮੁਖ ਨੇ ਉਹ ਡੰਡਾ ਫੜ ਕੇ ਘਰਦਿਆਂ ਦੁਆਲੇ ਨਹੀਂ ਤੁਰੇ ਫਿਰਦੇ, ਨਿਆਣਿਆਂ ਦੁਆਲੇ ਨਹੀਂ ਤੁਰੇ ਫਿਰਦੇ, ਗਲੀ ਬਾਜ਼ਾਰ ਦੇ ਵਿੱਚ ਖੱਲਰ ਮਚਾ ਕੇ ਝਗੜਾ ਉਤਪੰਨ ਨਹੀਂ ਕਰਦੇ। ਜਿੱਥੇ ਜਾਏ ਬਹੀਏ ਭਲਾ ਕਹੀਏ, ਜਿੱਥੇ ਜਾ ਕੇ ਬੈਠਦੇ ਨੇ ਉਹ ਭਲਾ ਹੀ ਕਹਿੰਦੇ ਹਨ, ਚੰਗਾ ਹੀ ਕਹਿੰਦੇ ਨੇ, ਕਿਸੇ ਦੀ ਬੁਰੀ ਗੱਲ ਨਹੀਂ ਕਰਦੇ। ਚੋਲ ਅੰਮ੍ਰਿਤ ਪੀਜੈ। ਵੇਖੋ ਪਾਣੀ ਦੇ ਉੱਪਰ ਹਰਾ ਹਰਾ ਬੂਰ ਆਇਆ ਹੁੰਦਾ, ਬਰੂਟੀ ਉੱਗੀ ਹੁੰਦੀ ਹੈ, ਪਰ ਜਿਹੜਾ ਪਿਆਸਾ ਬੰਦਾ ਹੈ ਉਹ ਬਰੂਟੀ ਨੂੰ ਪਰੇ ਕਰਕੇ, ਬੂਰ ਨੂੰ ਪਰੇ ਕਰਕੇ ਠੰਡਾ ਜਲ ਗ੍ਰਹਿਣ ਕਰਦਾ। ਇਉਂ ਕਲਯੁਗ ਦੇ ਵਿੱਚ ਈਰਖਾ ਹੈ, ਦਵੈਸ਼ ਹੈ, ਵੈਰ ਵਿਰੋਧ ਹੈ। ਇਹਨਾਂ ਔਗਣਾਂ ਨੂੰ, ਵਿਕਾਰਾਂ ਨੂੰ ਪਰੇ ਕਰਕੇ ਜਿਹੜੇ ਗੁਰਮੁਖ ਨੇ ਉਹ ਗੁਣ ਗ੍ਰਹਿਣ ਕਰਦੇ ਨੇ। ਕਿੰਨਾ ਮਰਜ਼ੀ ਇਨਸਾਨ ਮਾੜਾ ਹੋਵੇ, ਉਹਦੇ 'ਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਦੱਤਾਤਰੇయ ਨੇ ਪਤਾ ਨਹੀਂ ਕਿੰਨੇ ਹੀ ਗੁਰੂ ਧਾਰੇ ਸੀ। ਦਸਮ ਗ੍ਰੰਥ ਦੇ ਵਿੱਚ ਮੈਂ ਉਹਦੀ ਸਟੋਰੀ ਪੜ੍ਹੀ ਹੈ ਵੀ ਉਹਨੇ ਵੇਸਵਾ ਨੂੰ ਵੀ ਗੁਰੂ ਧਾਰਿਆ, ਉਹਨੇ ਬਗਲੇ ਨੂੰ ਵੀ ਗੁਰੂ ਧਾਰਿਆ। ਉਹਨਾਂ ਦੇ ਵਿੱਚ ਉਹ ਗੁਣ ਲਏ। ਇੱਕ ਕੁੜੀ ਗੁੱਡੀ ਖੇਡ ਰਹੀ ਸੀਗੀ, ਉਹਨੂੰ ਵੀ ਗੁਰੂ ਧਾਰਿਆ। ਤੋ ਬਗਲੇ ਤੋਂ ਗੁਣ ਲਿਆ ਵੀ ਵੇਖੋ ਇੱਕ ਲੱਤ 'ਤੇ ਖੜਾ ਹੋ ਕੇ ਅਤੇ ਕਿੰਨਾ ਇਕਾਗਰਤਾ ਦੇ ਨਾਲ, ਧਿਆਨ ਭਾਵੇਂ ਮੱਛੀ 'ਚ ਹੀ ਹੈ ਪਰ ਗੱਲ ਤਾਂ ਖੜਨਾ ਕਿੰਨਾ ਔਖਾ ਹੈ। ਖੜਾ ਤਾਂ ਇੱਕ ਲੱਤ ਹੀ ਹੈ ਨਾ, ਧਿਆਨ ਤਾਂ ਲਾਇਆ ਹੀ ਹੈ ਨਾ, ਭਾਵੇਂ ਬੁਰੇ ਪਾਸੇ ਹੈ। ਤੋ ਤੋਂ ਗੁਣ ਲਿਆ ਵੀ ਆਪਾਂ ਚੰਗੇ ਪਾਸੇ ਧਿਆਨ ਲਾਈਏ। ਤੋ ਇਸ ਤਰੀਕੇ ਦੇ ਨਾਲ ਹਰੇਕ ਤੋਂ ਗੁਣ ਲਿਆ, ਮਾੜੇ ਤੋਂ ਵੀ ਚੰਗਾ ਲਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਲੱਛਣ ਕਰ ਰਹੇ ਹਨ। ਗੁਰਮੁਖ ਵੈਰ ਵਿਰੋਧ ਗਵਾਵੈ। ਗੁਰਮੁਖ ਜਨ ਪੁਰਾਣਾ ਵੈਰ ਤੇ ਨਵਾਂ ਵਿਰੋਧ, ਇਹ ਆਪਸ ਦਾ ਜਿਵੇਂ ਬੱਕਰੇ ਤੇ ਕਸਾਈ ਦਾ, ਇਹ ਸਭ ਗਵਾ ਦਿੰਦੇ ਹਨ। ਗੁਰਮੁਖ ਸਗਲੀ ਗਣਤ ਗਣਾਵੈ। ਗਣਾਵੈ ਨਹੀਂ ਮਿਟਾਵੈ। ਗੁਰਮੁਖ ਜਨ ਸਾਰੀ ਕਰਮਾਂ ਧਰਮਾਂ ਦੀ ਜਾਂ ਸਾਧਨਾ ਦੀ ਜੋ ਗਿਣਤੀ ਮਿਣਤੀ ਹੈ ਉਹ ਮਿਟਾ ਦਿੰਦੇ ਨੇ। ਬਹੁਤੀਆਂ ਗਿਣਤੀਆਂ ਮਿਣਤੀਆਂ ਹਿਸਾਬ ਕਿਤਾਬ ਨਹੀਂ, ਹਿਸਾਬ ਕਿਤਾਬ 'ਚ ਨਹੀਂ ਪੈਂਦੇ, ਬਹੁਤੀਆਂ ਸੋਚਾਂ ਵਿਚਾਰਾਂ ਨਹੀਂ ਕਰਦੇ, ਉਹ ਬਸ ਵਾਹਿਗੁਰੂ ਦਾ ਨਾਮ ਜਪਦੇ ਹਨ। ਗੁਰਮੁਖ ਰਾਮ ਨਾਮ ਰੰਗ ਰਾਤਾ। ਗੁਰਮੁਖ ਜਨਾਂ ਦਾ ਮਨ ਹਰ ਵਕਤ ਰਵੇਂ ਪਰਮੇਸ਼ਰ ਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ, ਪ੍ਰਭੂ ਨਾਮ ਦੇ ਪ੍ਰੇਮ ਦੇ ਵਿੱਚ ਰਤਿਆ ਰਹਿੰਦਾ ਹੈ। ਨਾਨਕ ਗੁਰਮੁਖ ਖਸਮ ਪਛਾਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰਮੁਖ ਜਨ ਮਾਲਕ ਪਰਮੇਸ਼ਰ ਨੂੰ ਸਵੈ ਸਰੂਪ ਕਰਕੇ ਪਹਿਚਾਨ ਲੈਂਦੇ ਹਨ, ਜਾਂ ਗੁਰਮੁਖ ਜਨਾਂ ਦੀ ਸੰਗਤ ਕਰਨ ਵਾਲਿਆਂ ਨੇ ਮਾਲਕ ਪਰਮੇਸ਼ਰ ਨੂੰ ਪਹਿਚਾਨ ਲਿਆ ਹੈ। ਬਿਨ ਗੁਰ ਭਰਮੈ ਆਵੈ ਜਾਇ। ਪੂਰੇ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਜੀਵ ਦੁਨੀਆ 'ਤੇ ਭਰਮਦਾ ਰਹਿੰਦਾ, ਭਟਕਦਾ ਰਹਿੰਦਾ। ਇਸੇ ਕਰਕੇ ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਆਉਂਦਾ ਅਤੇ ਮਰ ਮਰ ਕੇ ਜਾਂਦਾ ਹੈ। ਮਰ ਮਰ ਜੰਮੈ, ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਸੋ ਕਦੀ ਮਰਦਾ ਹੈ, ਕਦੀ ਜੰਮਦਾ ਹੈ, ਅਤੇ ਇਉਂ ਜੂਨੀਆਂ ਦੇ ਦੁੱਖਾਂ ਦੇ ਵਿੱਚ ਬੜੇ ਲੰਮੇ ਦੇਸ਼ ਦੀ ਯਾਤਰਾ 'ਤੇ ਤੁਰਿਆ ਰਹਿੰਦਾ, ਕਿਤੇ ਵੀ ਟਿਕਾਊ ਨਹੀਂ ਆਉਂਦਾ ਹੈ। ਬਿਨ ਗੁਰ ਘਾਲ ਨਾ ਪਵਈ ਥਾਇ। ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾਂ ਜੀਵ ਦੀ ਕੀਤੀ ਘਾਲ ਕਮਾਈ
ਥਾਂ ਨਹੀਂ ਪੈਂਦੇ, ਭਾਵੇਂ ਕੋਈ ਕਿੰਨੇ ਸਾਧਨ ਕਰ ਲਵੇ। ਸੋ ਗੁਰੂ ਤੋਂ ਬਗੈਰ ਸਾਧ ਸੰਗਤ ਜੀ ਦੀ ਉਹ ਕਮਾਈ ਥਾਂ ਹੀ ਨਹੀਂ ਪੈਂਦੇ। ਜਿਵੇਂ ਭਗਤ ਧੰਨਾ ਜੀ ਨੂੰ ਭਗਵਾਨ ਨੇ ਆਖਿਆ ਕਿ ਤੇਰੀ 1100 ਸਾਲ ਦੀ ਭਗਤੀ ਹੈ, ਫਿਰ ਮੈਂ ਤੈਨੂੰ ਹੁਣ ਮਿਲਿਆ। ਸੋ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਾਲੂ ਦੀ ਭਗਤੀ ਨੂੰ ਭਾਗ ਲਾਇਆ। ਇੱਕ ਲੂਣ ਤੇਲ ਹਲਦੀ ਵੇਚਣ ਵਾਲਾ ਵਪਾਰੀ ਮਿਲਿਆ ਤੇ ਮਹਾਰਾਜ ਨੇ ਉਹਨੂੰ ਬੁਲਾਇਆ, ਆਖਿਆ ਭਾਈ ਤੇਰਾ ਨਾਂ ਕੀ ਹੈ ਤੇ ਤੂੰ ਕੀ ਕਰ ਰਿਹਾ? ਤੇ ਕਹਿੰਦਾ ਜੀ ਮੈਂ ਵਪਾਰੀ ਹਾਂ, ਲੂਣ ਤੇਲ ਹਲਦੀ ਵੇਚ ਰਿਹਾ। ਮਹਾਰਾਜ ਕਹਿੰਦੇ ਦਿਖਾ ਤਾਂ ਸਹੀ। ਉਹਦੇ ਵੱਡੇ ਭਾਗ ਜੇ ਸੋਚਦਾ ਵੀ ਇਹ ਤਾਂ ਸਾਧੂ ਸੰਤ ਨੇ, ਇਹਨਾਂ ਮੈਥੋਂ ਕੀ ਲੈਣਾ, ਪਰ ਨਹੀਂ, ਉਹਨੇ ਛਾਬੜਾ ਰੱਖ ਦਿੱਤਾ, ਸਿਰ 'ਤੇ ਛਾਬਾ ਚੁੱਕ ਕੇ ਵੇਚ ਰਿਹਾ ਸੀ। ਸਿਰ ਤੋਂ ਛਾਬਾ ਹੇਠਾਂ ਰੱਖ ਦਿੱਤਾ, ਜਿਹੜੇ ਉਹਦੇ ਵੱਟੇ ਸੀ ਤੋਲਣ ਵਾਲੇ। ਮਹਾਰਾਜ ਕਹਿੰਦੇ ਆਹ ਕੀ ਹੈ? ਸਭ ਤੋਂ ਛੋਟਾ ਵੱਟਾ ਹੱਥ 'ਚ ਫੜ ਲਿਆ। ਕਹਿੰਦਾ ਜੀ ਇਹ ਤੋਲਣ ਵਾਲੇ ਵੱਟੇ ਨੇ, ਆਹ 5 ਸ਼ੇਰਾਂ ਦੀ ਪੰਸੇਰੀ ਆ, ਆਹ ਸ਼ੇਰ ਦਾ ਵੱਟਾ। ਪੱਥਰ ਦੇ ਵੱਟੇ ਹੁੰਦੇ ਸੀਗੇ, ਅੱਜ ਕੱਲ੍ਹ ਵਾਂਗਰ ਲੋਹੇ ਦੇ ਵੱਟੇ ਨਹੀਂ ਸਨ। ਆਹ ਜੀ ਅੱਧਾ ਸ਼ੇਰ ਦਾ ਹੈ ਜੋ ਆਪਦੇ ਹੱਥ ਵਿੱਚ ਹੈ, ਇਹ ਇੱਕ ਪਾਈਆ ਹੈ। ਮਹਾਰਾਜ ਕਹਿੰਦੇ ਧੰਨ ਪਾਈਆ, ਜਿਹਨੇ ਆਪ ਦਾ ਨਾਮ ਪਾਈਆ ਰਖਾਇਆ, ਸਭ ਤੋਂ ਛੋਟਾ ਬਣਿਆ। ਸਾਰੇ ਸਿੰਘ ਸਾਹਿਬ ਹੀ ਬਣਦੇ ਨੇ, ਕੋਈ ਸੇਵਕ ਨਹੀਂ ਬਣ ਕੇ ਰਾਜੀ, ਦਾਸ ਨਹੀਂ ਕੋਈ ਅਖਵਾਉਂਦਾ ਹੈ। ਕਲਯੁਗ ਦੇ ਵਿੱਚ ਤਾਂ ਜੀਆਂ ਦੀ ਇੰਨੀ ਮੱਤ ਮਾਰੀ ਹੋਈ ਹੈ ਕਿ ਘਰ ਘਰ ਹੋਏ ਬਹੇ ਹੈ ਰਾਮਾ। ਆਪਦੇ ਆਪ ਨੂੰ ਚਲੋ ਸੰਤ ਅਖਵਾ ਲਓ, ਕੁਝ ਹੋਰ ਅਖਵਾ ਲਓ, ਬ੍ਰਹਮ ਗਿਆਨੀ ਅਖਵਾ ਲਓ, ਪਰ ਖੁਦ ਭਗਵਾਨ ਹੀ ਬਣੇ ਹੋਏ ਨੇ, ਗੁਰੂ ਹੀ ਬਣ ਕੇ ਬੈਠ ਗਏ ਨੇ। ਇੰਨੀ ਦੁਨੀਆ ਦੀ ਮੱਤ ਮਾਰੀ ਹੋਈ ਹੈ। ਕਹਿੰਦੇ ਅਸੀਂ ਰੱਬ ਹਾਂ, ਕੋਈ ਛੋਟਾ ਨਹੀਂ ਬਣਨਾ ਚਾਹੁੰਦਾ। ਵੱਡੇ ਵੱਡੇ ਆਪ ਦੇ ਨਾਮ ਰਖਾਉਂਦੇ ਨੇ। ਮਹਾਰਾਜ ਕਹਿੰਦੇ ਧੰਨ ਬਾਈਆ ਜਿਹਨੇ ਨਿਮਰਤਾ ਰੱਖੀ ਹੈ। ਇਹਨਾਂ ਬਚਨ ਕਹਿਣ ਦੀ ਦੇਰ ਸੀ ਕਿ ਗੁਰੂ ਸਾਹਿਬ ਨੇ ਤੇ ਕਿਰਪਾ ਭਰੀ ਨਿਗਾਹ ਪਾਈ, ਉਹਦਾ ਮਨ ਟਿਕ ਗਿਆ ਤੇ ਉਹਨੂੰ ਬ੍ਰਹਮ ਗਿਆਨ ਹੋ ਗਿਆ। ਭਾਈ ਬਾਲਾ ਜੀ ਇੱਕ ਖਿੰਡ ਦੇ ਵਿੱਚ ਨਿਹਾਲ ਹੋਇਆ ਵੇਖ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ, ਇਹ ਸੱਚੇ ਪਾਤਸ਼ਾਹ, ਕਈਆਂ ਦੇ ਜਨਮ ਲੰਘ ਜਾਂਦੇ, ਕਈਆਂ ਦੀ ਉਮਰ ਗੁਜ਼ਰ ਜਾਂਦੀ, ਪਰ ਉਹਨਾਂ ਨੂੰ ਮੱਥਾ ਟੇਕਣ ਦੀ ਸਮਝ ਨਹੀਂ ਆਉਂਦੀ, ਮੱਥਾ ਕਿਵੇਂ ਟੇਕਣਾ। ਤੇ ਇਹਨੇ ਨਾ ਕੋਈ ਸੇਵਾ ਕੀਤੀ, ਨਾ ਕੋਈ ਇਹਦੇ ਕੋਲ ਤੁਸੀਂ ਸਿਮਰਨ ਕਰਾਇਆ। ਇੱਕ ਅਜਨਬੀ ਬੰਦੇ ਨੂੰ ਊਂ ਹੀ ਬੁਲਾ ਕੇ 1 ਮਿੰਟ 'ਚ ਹੀ ਬ੍ਰਹਮ ਗਿਆਨੀ ਬਣਾਤਾ। ਮਹਾਰਾਜ ਕਹਿੰਦੇ ਭਾਈ ਬਾਲਾ ਜੀ ਤੈਨੂੰ ਨਹੀਂ ਪਤਾ, ਜਿਵੇਂ ਤੇਲ ਵੀ ਪਿਆ ਹੋਵੇ ਦੀਵੇ ਵਿੱਚ ਤੇ ਵੱਟੀ ਵੀ ਵੱਟ ਕੇ ਵਿੱਚ ਰੱਖੀ ਹੋਵੇ, ਬਸ ਤੀਲੀ ਲਾਉਣ ਦੀ ਦੇਰ ਹੁੰਦੀ। ਜਦ ਆਪਾਂ ਅੱਗ ਦੀ ਚੰਗਿਆੜੀ ਉਹਨੂੰ ਲਾਉਂਦੇ ਆ ਤੇ ਉਹ ਝਟਪਟ ਚਾਨਣ ਕਰਨ ਲੱਗ ਪੈਂਦਾ ਹੈ। ਇਉਂ ਤੇਲ ਵੱਟੀ ਦੀ ਤਰ੍ਹਾਂ ਇਹਦਾ ਸਭ ਕੁਝ ਪਹਿਲਾਂ ਤਿਆਰ ਸੀਗਾ ਤੇ ਪਿਛਲੇ ਜਨਮ ਦੀ ਕਮਾਈ ਹੋਈ ਇੰਨੀ ਸੀ, ਪਰ ਅਜੇ ਤੱਕ ਇਹਨੂੰ ਗੁਰੂ ਨਹੀਂ ਸੀ ਮਿਲਿਆ। ਬਸ ਸਾਡੇ ਦਰਸ਼ਨ ਹੋਣੇ ਸਨ, ਦਰਸ਼ਨ ਹੁੰਦਿਆਂ ਸਾਰੀ ਇਹ 'ਤੇ ਕਿਰਪਾ ਕਰ ਦਿੱਤੀ। ਆਪਾਂ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਅੰਮ੍ਰਿਤ ਛਕਣ ਤੋਂ ਬਗੈਰ, ਗੁਰੂ ਵਾਲੀ ਬਣਨ ਤੋਂ ਬਗੈਰ ਕਿਰਪਾ ਨਹੀਂ ਹੁੰਦੀ। ਜੇ ਕਿਰਪਾ ਹੋ ਜਾਏ ਤੇ ਫਿਰ ਮਹਾਰਾਜ ਨਿਗੁਰਾ ਨਹੀਂ ਰਹਿਣ ਦਿੰਦੇ। ਇਉਂ ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਮਨਮੁਖ ਲੋਕ ਯਤਨ ਤਾਂ ਬਥੇਰਾ ਕਰਦੇ, ਭਗਤੀ ਕਰਦੇ, ਪਰ ਸਤਿਗੁਰੂ ਤੋਂ ਬਗੈਰ ਉਹਨਾਂ ਦੀ ਭਗਤੀ ਸੰਪੂਰਨ ਨਹੀਂ ਹੁੰਦੀ, ਥਾਂ ਹੀ ਨਹੀਂ ਪੈਂਦੀ। ਕਿਉਂ? ਕਿਉਂਕਿ ਹਉਮੈ ਮਾਇਆ ਰੋਗ ਵਿਆਪੇ, ਮਰ ਜਨਮੇ ਦੁੱਖ ਹੋਈ ਰਾਮ। ਉਹ ਹਉਮੈ ਤੇ ਮਾਇਆ ਦੇ ਰੋਗ ਦੇ ਵਿੱਚ ਲੱਗੇ ਹੋਏ, ਜੰਮਦੇ ਮਰਦੇ ਦੁਖੀ ਹੁੰਦੇ ਨੇ। ਮਰ ਜਨਮੇ ਦੁੱਖ ਹੋਈ, ਦੂਜਾ ਭਾਈ ਪਰਜ ਵਿਗੋਈ, ਬਿਨ ਗੁਰ ਤਤ ਨਾ ਜਾਣਿਆ। ਭਗਤ ਵਿਹੂਣਾ ਸਭ ਜਗ ਭਰਮਿਆ, ਅੰਤ ਗਿਆ ਪਛਤਾਨਿਆ। ਕੋਟ ਮੱਧੇ ਕਿਨੈ ਪਛਾਣਿਆ, ਹਰ ਨਾਮੈ ਸਚ ਸੋਈ। ਨਾਨਕ ਨਾਮ ਮਿਲੇ ਵਡਿਆਈ, ਦੂਜੇ ਪਾਏ ਪਤ ਖੋਈ। ਸੋ ਸਾਹਿਬ ਫਰਮਾਨ ਕਰਦੇ ਹਨ, ਬਿਨ ਸਤਿਗੁਰ ਬਿਨ ਗੁਰ ਘਾਲ ਨਾ ਪਵਈ ਥਾਇ। ਉੱਪਰਲੀ ਵੀ ਪੜ੍ਹ ਦੋ। ਬਿਨ ਗੁਰ ਭਰਮ ਆਵੈ ਜਾਇ। ਪੂਰੇ
ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਜੀਵ ਦੁਨੀਆ ਤੇ ਭਰਮਦਾ ਜੰਮਦਾ ਮਰਦਾ ਰਹਿੰਦਾ ਹੈ, ਆਉਂਦਾ ਜਾਂਦਾ ਰਹਿੰਦਾ ਹੈ। ਬਿਨ ਗੁਰ ਕਾਲ ਨਾ ਪਵਈ ਥਾ। ਪੂਰੇ ਗੁਰੂ ਸਾਹਿਬ ਜੀ ਦੇ ਉਪਦੇਸ਼ ਤੋਂ ਬਿਨਾ ਜੀਵ ਦੀ ਘਾਲ ਕਮਾਈ ਕੀਤੀ ਹੋਈ ਥਾਂ ਨਹੀਂ ਬਹਿੰਦੇ, ਭਾਵੇਂ ਕੋਈ ਕਿੰਨੇ ਸਾਧਨ ਕਰ ਲਵੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਲਈ ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਘਟੈ ਸਭ ਤੇਰੇ। ਗੁਰ ਨੈਣ ਬੈਣ, ਗੁਰ ਗੁਰ ਕਰੋ, ਗੁਰੂ ਸਤ ਕਬ ਨਲ ਕਹਿ। ਜਿਨ ਗੁਰੂ ਨ ਦੇਖਿਓ ਨਹੁ ਕੀਓ, ਤੇ ਅਕਿਆਤ ਸੰਸਾਰ ਮਹਿ। ਬਿਨ ਗੁਰ ਕਾਲ ਨਾ ਪਵਈ ਥਾਏ। ਗੁਰਾਂ ਤੋਂ ਬਗੈਰ ਕੀਤੀ ਘਾਲ ਕਮਾਈ ਥਾਈ ਨਹੀਂ ਪੈਂਦੀ ਹੈ। ਜਿੰਨਾ ਮਰਜੀ ਕੋਈ ਸੇਵਾ ਕਰ ਲਏ, ਜਿੰਨਾ ਮਰਜੀ ਸਿਮਰਨ ਕਰ ਲਏ, ਹੁਕਮ ਮੰਨਿਆ ਹੋਵੇ ਪ੍ਰਮਾਣ। ਜੇ ਹੁਕਮ ਮੰਨੂਗਾ ਗੁਰੂ ਦਾ ਤਾਂ ਪ੍ਰਮਾਣ ਹੋਊਗਾ, ਤਾਂ ਖਸਮੇ ਕਾ ਮੈਲ ਪਾਏ ਸੀ। ਬਿਨ ਗੁਰ ਮਨੁ ਆਇਆ ਤੇ ਡੋਲਾ। ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾ ਜਿਹੜਾ ਮਨ ਹੈ ਅਤਿਅੰਤ ਬਹੁਤਾ ਪਦਾਰਥਾਂ ਵਿੱਚ ਡੋਲਦਾ ਭਰਮਦਾ ਰਹਿੰਦਾ ਹੈ। ਕਈ ਕਹਿੰਦੇ ਮਨ ਟਿਕਣਾ ਚਾਹੀਦਾ। ਜੇ ਮਨ ਨਹੀਂ ਟਿਕਿਆ ਗੁਰਦੁਆਰੇ ਆਉਣ ਦਾ ਕੀ ਫਾਇਦਾ? ਫਾਇਦਾ ਕਿਉਂ ਨਹੀਂ, ਲਾਭ ਕਿਉਂ ਨਹੀਂ ਹੈ? ਮਨ ਟਿਕਾਉਣ ਲਈ ਤਾਂ ਗੁਰੂ ਘਰ ਆਈਦਾ ਹੈ। ਜੇ ਮਨ ਹੀ ਟਿਕ ਗਿਆ ਫਿਰ ਆਉਣ ਦੀ ਲੋੜ ਵੀ ਕੀ ਹੈ? ਸਭ ਤਾਂ ਜਿੰਨੇ ਸਾਧਨ ਨੇ ਮਨ ਟਿਕਾਉਣ ਦੇ ਨੇ। ਮਹਾਰਾਜ ਕਹਿੰਦੇ ਨੇ ਵੀ ਜਿਹੜੇ ਗੱਲਾਂ ਦੇ ਵਿੱਚ ਹੀ ਕਹਿੰਦੇ ਅਖੇ ਜੀ ਅੰਮ੍ਰਿਤ ਦਾ ਕੀ ਫਾਇਦਾ, ਮਨ ਸਾਫ਼ ਚਾਹੀਦਾ। ਅਖੇ ਜੀ 5 ਬਾਣੀਆਂ ਪੜ੍ਹਨ ਦਾ ਕੀ ਫਾਇਦਾ, ਨਿਤਨੇਮ ਦਾ ਕੀ ਫਾਇਦਾ, ਮਨ ਸਾਫ਼ ਚਾਹੀਦਾ। ਅਖੇ ਜੀ ਕਥਾ ਕੀਰਤਨ ਦਾ ਕੀ ਫਾਇਦਾ, ਮਨ ਸਾਫ਼ ਚਾਹੀਦਾ। ਬੰਦਾ ਪੁੱਛੇ ਵੀ ਮਨ ਸਾਫ਼ ਹੋਣਾ ਕਿਵੇਂ ਹੈ? ਇਹ ਵੀ ਤਾਂ ਦੱਸੋ ਨਾ। ਗੱਲਾਂ ਦੇ ਨਾਲ ਤਾਂ ਮਨ ਫਿੱਕਾ ਪੈਂਦਾ, ਕਰਕੇ ਵੇਖ ਲਓ, ਦਿਮਾਗ ਖੋਖਾ ਹੋ ਜਾਂਦਾ। ਜਿੰਨਾ ਬੋਲੀਏ ਉਨੀ ਪਾਵਰ ਘਟਦੀ ਹੈ। ਤੋ ਗੱਲਾਂ ਨਾਲ ਥੋੜ੍ਹਾ ਮਨ ਸਾਫ਼ ਹੋਣਾ। ਮਨ ਨੇ ਸਾਫ਼ ਤਾਂ ਸਿਮਰਨ ਦੇ ਨਾਲ ਹੋਣਾ, ਬਾਣੀ ਦੇ ਨਾਲ ਹੋਣਾ। ਭਾਈ ਜੋਗਾ ਜੀ ਬਰਤਨ ਨੂੰ ਮਾਂਜੀ ਜਾਏ। ਪੁੱਛਿਆ ਵੀ ਇਹਨੂੰ ਬਾਰ-ਬਾਰ ਕਿਉਂ ਮਾਂਜਦਾ? ਕਹਿੰਦੇ ਜੀ ਜਿੰਨਾ ਵੀ ਗੁਰੂ ਘਰ ਦੇ ਬਰਤਨ ਨੂੰ ਮਾਂਜ ਕੇ ਲਿਸ਼ਕਾਈਏ ਉਹਨਾਂ ਮਨ ਲਿਸ਼ਕਦਾ। ਸੋ ਸੇਵਾ ਤੋਂ ਮਨ ਸਾਫ਼ ਹੋਣਾ। ਜੇ ਸੇਵਾ ਨਹੀਂ ਹੈ, ਨਿਤਨੇਮ ਨਹੀਂ, ਅੰਮ੍ਰਿਤ ਦੀ ਰਹਿਤ ਨਹੀਂ, ਤਾਂ ਮਨ ਸਾਫ਼ ਹੋਊਗਾ ਕਿਵੇਂ? ਦੱਸਣ ਵਾਲਾ ਦੱਸੇ ਵੀ ਕਿਵੇਂ ਸਾਫ਼ ਹੋਊਗਾ। ਤੋ ਇਸ ਲਈ ਮਰ ਕਹਿੰਦੇ ਗਾਲੀਅਲ ਭਲਾਲੀਆ ਕੰਮ ਨਾ ਆਵੇ ਮਿੱਥ। ਨਿਰੀਆਂ ਗੱਲਾਂ ਕੰਮ ਨਹੀਂ ਆਉਣੀਆਂ, ਕਮਾਈ ਨੇ ਹੀ ਮਨ ਨੂੰ ਪਵਿੱਤਰ ਕਰਨਾ ਹੈ। ਤੋ ਇਸ ਲਈ ਗੁਰੂ ਮਹਾਰਾਜ ਤੋਂ ਬਗੈਰ ਤੇ ਉਪਦੇਸ਼ ਤੋਂ ਬਗੈਰ, ਉਹਨਾਂ ਦੀ ਅੰਮ੍ਰਿਤ ਤੋਂ ਬਗੈਰ, ਉਹਨਾਂ ਦੀ ਰਹਿਤ ਤੋਂ ਬਗੈਰ ਜਿਹੜੀ ਘਾਲ ਕਮਾਈ ਹੈ ਉਹ ਕਿਤੇ ਵੀ ਥਾਂ ਨਹੀਂ ਬਹਿੰਦੇ। ਮਨ ਦੀ ਪਵਿੱਤਰਤਾ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਬਿਨ ਗੁਰ ਮਨੁਆ, ਬਿਨ ਗੁਰ ਮਨੁਆ ਅਤ ਡੋਲਾ। ਗੁਰ ਉਪਦੇਸ਼ ਤੋਂ ਬਗੈਰ ਜਿਹੜਾ ਮਨ ਹੈ ਇਹ ਦੀਵੇ ਦੀ ਲਾਟ ਦੀ ਤਰ੍ਹਾਂ ਡੋਲਦਾ ਰਹਿੰਦਾ। ਆ ਹੁਣ ਛੱਤ ਹੈ, ਜੇ ਕੋਈ ਬੰਦਾ ਆਖੇ ਭਈ ਥੰਮਿਆਂ ਦੀ ਕੀ ਲੋੜ ਹੈ, ਐਵੇਂ ਕਿੰਨੇ ਥੰਮੇ ਲਾਏ ਹੋਏ ਨੇ, ਕਿਹੜੇ ਕਿਹੜੇ ਮੋਟੇ, ਤੇ ਕਿੰਨੀ ਜਗ੍ਹਾ ਘੇਰਦੇ ਨੇ, ਬਸ ਛੱਤ ਪਾਓ ਤੇ ਮਹਿਲ ਬਣਾ ਦਿਓ। ਥੰਮਿਆਂ ਦੀ ਕੀ ਲੋੜ ਹੈ, ਕੰਧਾਂ ਦੀ ਕੀ ਲੋੜ ਹੈ? ਇਹ ਕਿਵੇਂ ਹੋ ਸਕਦਾ? ਛੱਤ ਟਿਕੂਗੀ ਕਿਵੇਂ ਜੇ ਥੰਮਾ ਨਹੀਂ, ਕੰਧਾਂ ਨਹੀਂ ਹਨ? ਇਸੇ ਤਰ੍ਹਾਂ ਜੇ ਆਪਦਾ ਨਿਤਨੇਮ ਨਹੀਂ ਹੈ, ਮਹਾਰਾਜ ਦੀ ਰਹਿਤ ਨਹੀਂ ਹੈ, ਤੇ ਮਨ ਟਿਕੇਗਾ ਕਿਹਦੇ ਆਸਰੇ? ਤੁਸੀਂ ਦੱਸੋ। ਮਨ ਨੇ ਕਿਸੇ ਨਾ ਕਿਸੇ ਆਸਰੇ ਟਿਕਣਾ ਹੈ। ਭਾਵੇਂ ਉਹਨੂੰ ਗੱਲਾਂ 'ਚ ਲਾ ਲਓ, ਭਾਵੇਂ ਉਹਨੂੰ ਵਿਕਾਰਾਂ ਦੇ ਵਿੱਚ ਲਾ ਲਓ। ਕਹਿੰਦੇ ਵਿਹਲਾ ਮਨ ਸ਼ੈਤਾਨੀ ਦਾ ਘਰ, ਭਾਵੇਂ ਸ਼ੈਤਾਨੀ 'ਚ ਲਾ ਲਓ। ਮਤਲਬ ਜਿਹਦੇ 'ਚ ਲਾਵਾਂਗੇ ਉਹਦੇ 'ਚ ਉਹ ਜਾ ਕੇ ਟਿਕ ਜਾਊਗਾ।
ਜੇ ਬਾਰ-ਬਾਰ ਗੁਰੂ ਸਾਹਿਬ ਦੇ ਚਰਨਾਂ ਦਾ ਆਸਰਾ ਲਾਂਗੇ, ਸੇਵਾ ਸਿਮਰਨ ਕਰਾਂਗੇ, ਫਿਰ ਮਨ ਉੱਥੇ ਟਿਕਿਆ ਰਹੂਗਾ। ਜਿਉ ਮੰਦਰ ਕੋ ਥੰਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ। ਇਹਨੂੰ ਸੁਖਮਨੀ ਸਾਹਿਬ ਦਾ ਥੰਮਾ ਦੇਣਾ, ਇਹਨੂੰ ਸ਼ਬਦ ਦਾ ਉਪਦੇਸ਼ ਦਾ ਆਸਰਾ ਦੇਣਾ, ਤਾਂ ਇਸ ਆਸਰੇ ਟਿਕਿਆ ਰਹਿ ਸਕਦਾ। ਮਤਲਬ ਸਹਿਜ ਪਾਠ ਦਾ ਭੋਗ ਪਿਆ, ਫਿਰ ਆਰੰਭ ਕਰ ਲਿਆ, ਤੇ ਇੱਕ ਪਾਠ ਸਮਾਪਤ ਹੋਇਆ, ਫਿਰ ਦੂਜਾ ਫਿਰ ਆਰੰਭ ਕਰ ਲਿਆ। ਇਸ ਤਰ੍ਹਾਂ ਗੁਰੂ ਦੇ ਸ਼ਬਦ ਦੇ ਦੁਆਰਾ ਇਹਨੇ ਟਿਕਣਾ ਹੈ। ਤੇ ਸ਼ਬਦ ਤੋਂ ਬਗੈਰ ਕਹਿੰਦੇ ਚੱਲ ਦਲ ਪੱਤਰ ਪਤਾਕ ਪਟ, ਦਾਮਨ ਕਸ਼ਕ ਮਾਥ, ਤੂੰ ਭੂਤ ਦੀਪ ਅਗਨ ਸਿਖਾ, ਯੋਮਨ ਥਿਰਤ ਅਨਾਥ। ਅਨਾਥ ਕਵੀ ਦਾ ਇਹ ਬਚਨ ਹੈ ਵੀ ਮਨ ਐਸਾ ਚੰਚਲ ਹੈ, ਜਿਵੇਂ ਨਿਸ਼ਾਨ ਸਾਹਿਬ ਦਾ ਫਰਰਾ ਹਮੇਸ਼ਾ ਹਿੱਲਦਾ ਰਹਿੰਦਾ। ਜੋੜੀ ਮਾਸਟਰ ਦੀ ਸੱਜੀ ਉਂਗਲ ਪੁੜੇ ਵਾਲੀ ਉਹ ਬੜੀ ਚੰਚਲ ਹੁੰਦੀ। ਪਿੱਪਲ ਦਾ ਉੱਪਰਲਾ ਕਰੂੰਬਲੀ ਵਾਲਾ ਪੱਤਾ ਹਿੱਲਦਾ ਰਹਿੰਦਾ। ਭੂਤਾਂ ਦੀ ਅੱਗ ਬੜੀ ਚੰਚਲ ਹੈ, ਕਿਉਂਕਿ ਜਦ ਸਵਾਸ ਲੈਂਦੇ ਨੇ ਅੱਗ ਬਾਹਰ ਨਿਕਲਦੀ ਹੈ, ਅੰਦਰ ਜਾਂਦੇ ਤੇ ਅੱਗ ਅੰਦਰ ਨੂੰ ਜਾਂਦੀ ਹੈ। ਦੋ ਤੱਤਾਂ ਦਾ ਸਰੀਰ, ਅੱਗ ਤੇ ਹਵਾ ਦਾ। ਦੀਵੇ ਦੀ ਲਾਟ ਬੜੀ ਚੰਚਲ ਹੈ, ਹਵਾ ਨਾ ਵੀ ਵਗਦੀ ਹੋਵੇ ਤਾਂ ਵੀ ਡੋਲਦੀ ਰਹਿੰਦੀ ਹੈ। ਇੰਜ ਜਿਵੇਂ ਪਾਰਾ ਹੈ, ਇਸੇ ਤਰ੍ਹਾਂ ਮਨ ਦੀ ਹਾਲਤ ਹੈ। ਸੋ ਇਹ ਚੰਚਲਤਾਈ ਵਾਲਾ ਹੈ, ਇਹ ਡੋਲਦਾ ਹੈ। ਇਹਨੂੰ ਸ਼ਬਦ ਆਸਰਾ ਦੇ ਕੇ ਟਿਕਾਓ। ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਈ। ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਆਤਮਿਕ ਤ੍ਰਿਪਤੀ ਨਹੀਂ ਹੁੰਦੀ। ਜੀਵ ਹਰ ਵਕਤ ਵਿਸ਼ਿਆਂ ਰੂਪੀ ਜ਼ਹਿਰ ਹੀ ਖਾਂਦਾ ਰਹਿੰਦਾ ਹੈ। ਬਿਨ ਗੁਰ ਵਿਸਿਅਰ ਡਸੈ ਮਰ ਬਾਟ। ਮਤਲਬ ਜਿੰਨਾ ਚਿਰ ਮਨ ਉਪਦੇਸ਼ 'ਚ ਨਹੀਂ, ਬਾਣੀ 'ਚ ਨਹੀਂ ਡਿੱਗਦਾ, ਉਹਨਾਂ ਚਿਰ ਵਿਸ਼ੇ ਵਿਕਾਰਾਂ ਨੂੰ ਸੋਚਦਾ ਹੈ। ਪੂਰੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਸੱਪ ਡੱਸਦਾ ਹੈ, ਸੱਪ ਲੜਦਾ ਹੈ, ਅਤੇ ਰਸਤੇ ਦੇ ਵਿੱਚ ਹੀ ਜੀਵ ਮਰ ਮੁੱਕ ਜਾਂਦਾ। ਜਿਵੇਂ ਦੁਨੀ ਚੰਦ ਗੁਰਾਂ ਤੋਂ ਬੇਮੁਖ ਹੋ ਕੇ ਭੱਜ ਗਿਆ ਸੀ, ਅਤੇ ਸਵੇਰੇ ਸਿੰਘਾਂ ਦੱਸਿਆ ਵੀ ਦੁਨੀ ਚੰਦ ਭੱਜ ਗਿਆ। ਮਰ ਕਹਿੰਦੇ ਮੂਸਾ ਭੱਜਾ ਮੌਤ ਤੋਂ, ਉਹਦੇ ਅੱਗੇ ਮੌਤ ਖੜੀ। ਇਹ ਮੈਂ ਸੋਚਦਾ ਹੁੰਦਾ ਸੀ, ਪਤਾ ਨਹੀਂ ਮੂਸਾ ਪੈਗੰਬਰ ਦਾ ਨਾਮ ਹੈ, ਸ਼ਾਇਦ ਤੁਹਾਨੂੰ ਵੀ ਸ਼ਾਇਦ ਨਾ ਪਤਾ ਹੋਵੇ। ਇਹ ਮੂਸਾ ਪੈਗੰਬਰ ਦਾ ਨਾਮ ਨਹੀਂ ਹੈ ਵੀ ਪੈਗੰਬਰ ਮੂਸਾ ਕਿਤੇ ਮੌਤ ਤੋਂ ਭੱਜਾ ਸੀ। ਇਹ ਮੂਸਾ ਨਾਮ ਹੈ ਚੂਹੇ ਦਾ। ਚੂਹੇ ਨੂੰ ਮੂਸਾ ਕਹਿੰਦੇ ਨੇ। ਅਤੇ ਬਿੱਲੀ ਤੋਂ ਤਾਂ ਪਕੜਿਆ ਹੀ ਜਾਂਦਾ, ਜੇ ਰੋਡੇ 'ਚ ਬੜੇ ਸੱਪ ਖਾ ਜਾਂਦਾ, ਕਿੰਨਾ ਕੁ ਚਿਰ ਇਹ ਖੈਰ ਮਨਾਏਗਾ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਵੀ ਮੌਤ ਨੇ ਤਾਂ ਘਰ ਵੀ ਨਹੀਂ ਛੱਡਣਾ, ਇੱਥੇ ਤਾਂ ਜ਼ਿੰਦਗੀ ਸਫਲ ਹੋ ਜਾਣੀ ਸੀ। ਅਸੀਂ ਸੋਭਾ ਵਡਿਆਈ ਦੇਣੀ ਚਾਹੁੰਦੇ ਸੀ ਭਾਈ ਸਾਲੂ ਦਾ ਪੋਤਰਾ ਦੇ ਕੇ, ਫਿਰ ਉਹ ਸੱਪ ਲੜ ਕੇ ਮਰਿਆ ਸੀਗਾ ਪਿਛਲੇ ਅੰਦਰ, ਪਤਾ ਨਹੀਂ ਕਿੱਥੋਂ ਨਿਕਲ ਆਇਆ ਮਹਾਰਾਜ ਦੇ ਬਚਨਾਂ ਦੇ ਨਾਲ ਹੀ। ਇਸੇ ਤਰ੍ਹਾਂ ਬਿਨ ਗੁਰ ਵਿਸਿਅਰ ਡਸੈ ਮਰ ਬਾਟ। ਪੂਰੇ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਕਾਲ ਰੂਪੀ ਸੱਪ ਡੰਗਦਾ ਰਹਿੰਦਾ। ਇਸੇ ਕਰਕੇ ਜੀਵ ਜੰਮਣ ਮਰਨ ਦੇ ਰਸਤੇ ਵਿੱਚ ਹੀ ਪਏ ਰਹਿੰਦੇ ਨੇ, ਜਾਂ ਹੰਕਾਰ ਰੂਪੀ ਸੱਪ ਡੰਗਦਾ ਰਹਿੰਦਾ। ਇਸੇ ਕਰਕੇ ਮੌਤ ਦੇ ਮਾਰੇ ਹੋਏ 84 ਲੱਖ ਜੂਨਾਂ ਰੂਪੀ ਰਸਤਿਆਂ ਵਿੱਚ ਪਏ ਰਹਿੰਦੇ ਹਨ। ਨਾਨਕ ਬਿਨ ਗੁਰ, ਗੁਰ ਬਿਨ ਘਾਟੇ ਘਾਟ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਪੂਰੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਇਉਂ ਸਾਧ ਸੰਗਤ ਜੀ ਉਹ ਘਾਟਾ ਹੀ ਘਾਟਾ ਜੀ, ਲਾਭ ਕਿਤੇ ਵੀ ਨਹੀਂ ਹੈ। ਅਤੇ ਗੁਰੂ ਦੇ ਨਾਲ 1000 ਗੁਣਾ ਲਾਭ ਹੈ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਆ ਵੇਖ ਲਓ ਕਿਹੋ ਜਿਹਾ ਮਾਹੌਲ ਚੱਲ ਰਿਹਾ। ਕਰੋੜਾਂ ਪਤੀ ਵਿਚਾਰੇ ਤਰਲੇ ਮਾਰ ਰਹੇ ਨੇ। ਹੁਣ ਚੇਤੇ ਕਰ ਰਹੇ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ, ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੋ ਇਸ ਵਾਸਤੇ ਬੰਦੇ ਦਾ ਪੈਸਾ ਨਹੀਂ ਕੰਮ ਆਉਂਦਾ, ਬੰਦੇ ਦਾ ਬਲ ਕੰਮ ਨਹੀਂ ਆਉਂਦਾ, ਬੰਦੇ ਦੀ ਵਿੱਦਿਆ ਕੰਮ ਨਹੀਂ ਆਉਂਦੀ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੀ ਕੰਮ ਆਉਂਦੇ ਨੇ, ਇਸ ਲੋਕ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਵੀ। ਜੇ ਇਹਨਾਂ ਦੀ ਸੰਗਤ ਕੀਤੀ ਹੋਊਗੀ, ਇਹਨਾਂ ਦਾ ਉਪਦੇਸ਼ ਗ੍ਰਹਿਣ ਕੀਤਾ ਹੋਊਗਾ, ਤਾਂ ਅਸੀਂ ਲੋਕ ਪਰਲੋਕ ਵਿੱਚ ਸੁਖੀ ਰਹਾਂਗੇ। ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰੀਏ, ਅੰਮ੍ਰਿਤ ਛਕੀਏ, ਗੁਰੂ ਦੇ ਚਰਨੀ ਲੱਗੀਏ। ਫਿਰ ਮਾਤਾ ਦੇ ਗਰਭ 'ਚ ਪੈ ਕੇ ਜੂਨਾਂ ਨੂੰ ਭੋਗਣ ਦਾ ਘਾਟਾ ਨਹੀਂ ਪਊਗਾ, ਜਾਂ ਜੀਵ ਦੇ ਅੰਤःਕਰਨ ਸ਼ੁਭ ਗੁਣਾਂ ਦਾ ਘਾਟਾ ਨਹੀਂ ਹੋਊਗਾ।
ਕਦੇ ਕਿਸੇ ਦਰਿਆ ਦੇ ਘਾਟ 'ਤੇ ਤੁਰੇ ਫਿਰਦੇ, ਕਦੀ ਕਿਸੇ ਘਾਟ 'ਤੇ ਤੁਰੇ ਫਿਰਦੇ। ਇਉਂ ਦੇਵੀ ਦੇਵਤਿਆਂ ਦੀ ਉਪਾਸਨਾ ਕਰੋ, ਵੀ ਘਾਟਾਂ 'ਤੇ ਤੁਰੇ ਫਿਰਦੇ ਲੋਕ। ਇਸ ਤਰ੍ਹਾਂ ਘਾਟਾਂ 'ਤੇ ਨਹੀਂ ਜਾਣਾ ਪਊਗਾ। ਜਿਹੜਾ ਮਹਾਰਾਜ ਦੇ ਚਰਨੀ ਲੱਗ ਗਿਆ ਉਹ ਟਿਕਾਊ ਵਿੱਚ ਆ ਜਾਊਗਾ। ਇਸ ਲਈ ਸਾਹਿਬ ਕਿਰਪਾ ਕਰਨ, ਉਪਦੇਸ਼ ਹਿਰਦੇ 'ਚ ਵਸ ਜਾਏ ਜੀ। ਭੁੱਲ ਚੁੱਕ ਖਿਮਾ ਕਰੋ, ਦੋ ਸਮਤ ਬਖਸ਼ੋ। ਬਿਨ ਗੁਰ ਮਨੁਆ ਆਤ ਡੁਲਾਈ, ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ। ਬਿਨ ਗੁਰ ਬਿਸਿਅਰ ਡਸੈ ਮਰਵਾਟ, ਨਾਨਕ ਗੁਰ ਬਿਨ ਘਟ ਘਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ